ਡਾਕਟਰ ਦਲੀਪ ਕੌਰ ਟਿਵਾਣਾ ਦੀ ਪੁਸਤਕ ਸਾਧਨਾ ਦੀ ਕਹਾਣੀ ਹੈ ਦੀਵੇ ਤਲੇ ਹਨੇਰਾ। ਜਲੰਧਰ ਰੇਡੀਓ ਵਾਲਿਆਂ ਨੇ ਸਾਲਾਨਾ ਕਵੀ ਦਰਬਾਰ ਕੀਤਾ। ਦੂਰ ਨੇੜੇ ਦੇ ਕਵੀਆਂ ਨੂੰ ਸੱਦਿਆ। ਇਸ ਵਾਰੀ ਕਮਲ ਆਪਣੀ ਪਤਨੀ ਨੂੰ ਵੀ ਨਾਲ ਲੈ ਗਿਆ। ਘੱਟ ਪੜ੍ਹੀ ਹੋਣ ਕਰਕੇ ਕਮਲ ਬਹੁਤੀਆਂ ਥਾਵਾਂ 'ਤੇ ਉਹਨੂੰ ਲੈ ਜਾਣੋਂ ਕਤਰਾਉਂਦਾ ਸੀ। ਉਹ ਆਪ ਵੀ ਝਿਜਕਦੀ ਸੀ। ਪਰ ਅੱਜ ਜਦੋਂ ਇੱਕ ਸਨਮਾਨੇ ਹੋਏ ਕਵੀ ਦੀ ਪਤਨੀ ਹੋਣ ਕਰਕੇ ਮੂਹਰਲੀ ਕਤਾਰ ਵਾਲੀਆਂ ਕੁਰਸੀਆਂ 'ਚੋਂ ਇੱਕ 'ਤੇ ਬਿਠਾਇਆ ਗਿਆ ਤਾਂ ਉਹਨੂੰ ਆਪਣਾ ਆਪ ਭਰਿਆ ਭਰਿਆ ਲੱਗਿਆ। ਪ੍ਰਸੰਨ ਅੱਖਾਂ ਨਾਲ ਉਹਨੇ ਸਟੇਜ 'ਤੇ ਬੈਠੇ ਆਪਣੇ ਪਤੀ ਵੱਲ ਤੱਕਿਆ। ਉਹ ਇੱਕ ਕਾਲਜ ਦੀ ਕੁੜੀ ਨੂੰ ਆਟੋ 'ਤੇ ਦਸਤਖਤ ਕਰਦਿਆਂ ਉਹਦੇ ਵੱਲ ਮੁਸਕਰਾ ਕੇ ਤੱਕ ਰਿਹਾ ਸੀ। ਇੱਕ ਚੀਸ ਜੀਤੋ ਦੇ ਮਨ 'ਚ ਉੱਠੀ ਤੇ ਉਹ ਦੂਜੇ ਪਾਸੇ ਤੱਕਣ ਲੱਗ ਪਈ। ਮੇਰੇ ਵੱਲ ਕਦੇ ਵੀ ਤਾਂ ਇਉਂ ਨਹੀਂ ਤੱਕਦੇ, ਉਹਨੂੰ ਖਿਆਲ ਆਇਆ। ਪਰ ਮੇਰੇ ਵਿੱਚ ਹੈ ਹੀ ਕੀ ਇਉਂ ਤੱਕਣ ਲਈ? ਨਾ ਹੀ ਇੰਨਾ ਪੜ੍ਹੀ ਹੋਈਆਂ, ਨਾ ਹੀ ਇੰਨੀ ਸੋਹਣੀਆਂ, ਨਾ ਹੀ ਐਡੇ ਅਮੀਰਾਂ ਦੀ ਧੀ। ਤੇ ਉਹਨੇ ਆਪਣੇ ਆਪ ਨੂੰ ਸਮਝਾ ਲਿਆ ਕਿ ਬਾਕੀ ਵੀ ਆਪਣੀਆਂ ਘਰ ਵਾਲੀਆਂ ਨੂੰ ਬਿਨਾਂ ਗੱਲ ਤੋਂ ਹੀ ਖਿੱਚ ਕੇ ਪੈਂਦੇ ਨੇ, ਸਭ ਦੇ ਸਾਹਮਣੇ ਝਿੜਕ ਦਿੰਦੇ ਨੇ। ਤੇ ਉਹਨੇ ਸਟੇਜ 'ਤੇ ਬੈਠੇ ਹੋਰ ਕਵੀਆਂ 'ਚੋਂ ਇੱਕ ਇੱਕ ਵੱਲ ਗੌਰ ਨਾਲ ਤੱਕ ਕੇ ਲੱਭਣਾ ਚਾਹਿਆ। ਇੰਨੇ ਨੂੰ ਕਵੀ ਦਰਬਾਰ ਸ਼ੁਰੂ ਹੋ ਗਿਆ। ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀ ਕਵਿਤਾ ਪੜ੍ਹੀ, ਕੁੜੀ ਪੋਠੋਹਾਰ ਦੀ। ਵੀਰਾ ਜੀਨਾ ਰਹੇ, ਜਿਹਦੇ ਬੋਲ ਉਹਦੀ ਮਲਕੀਅਤ ਸਨ, ਜਿਹਨੂੰ ਔਖੀਆਂ ਘੜੀਆਂ 'ਚ ਅਨੇਕਾਂ ਵਾਰੀ ਉਹ ਯਾਦ ਕਰਦਾ ਰਿਹਾ ਸੀ। ਸਿਰ 'ਤੇ ਪੰਡ ਘਾਹ ਦੀ ਚੁੱਕੀ ਪਾਟੇ ਕੱਪੜਿਆਂ ਵਾਲੀ ਕੁੜੀ ਵੀ ਤਾਂ ਅਨਪੜ੍ਹੀ ਹੋਣੀ ਹੈ। ਫਿਰ ਵੀ ਉਹ ਕਵੀ ਨੂੰ ਏਡੀ ਪਿਆਰੀ ਲੱਗੀ। ਜੀਤੋ ਸੋਚ ਰਹੀ ਸੀ। ਫਿਰ ਅੰਮ੍ਰਿਤਾ ਦੀ ਵਾਰੀ ਆਈ। ਮੇਰੀ ਮੁਹੱਬਤ ਸੁਪਨਿਆਂ ਦੇ ਲੱਖ ਪੱਲੇ ਓੜਦੀ, ਸੱਤੇ ਆਕਾਸ਼ ਫੋਲ ਕੇ ਤੇਰੀ ਦਹਿਲੀਜ਼ ਢੂੰਡਦੀ। ਜੀਤੋ ਦੀਆਂ ਅੱਖਾਂ ਭਰ ਆਈਆਂ। ਉਹ ਸੋਚ ਰਹੀ ਸੀ, ਇਹ ਕੁੜੀ ਤਾਂ ਏਡੀ ਸੋਹਣੀ ਏ, ਪੜ੍ਹੀ ਹੋਈ ਵੀ ਏ, ਫਿਰ ਵੀ ਉਹ ਕਿਸੇ ਦੀ ਦਹਿਲੀਜ਼ ਢੂੰਡਦੀ ਏ। ਉਹ ਜ਼ਰੂਰ ਇਹਨੂੰ ਛੱਡ ਕੇ ਕਿਧਰੇ ਤੁਰ ਗਿਆ ਹੋਣਾ ਹੈ। ਕਿ ਜਦੋਂ ਕਿਸੇ ਕਵਿਤਾ ਬਾਰੇ ਸੋਚ ਰਿਹਾ ਸੀ ਤਾਂ ਇਹ ਤੋਂ ਭੁੱਲ ਭੁਲੇਖੇ ਉੱਚੀ ਬੋਲਿਆ ਗਿਆ ਸੀ, ਜਿਹੜਾ ਉਹ ਨਾਰਾਜ਼ ਹੋ ਗਿਆ। ਕਿ ਉਹਨੂੰ ਮਿਲਣ ਆਈਆਂ ਅੰਗਰੇਜ਼ੀ ਬੋਲਦੀਆਂ ਕੁੜੀਆਂ ਨੂੰ ਵੇਖ ਕੇ ਇਹਨੇ ਮੱਥੇ ਵੱਟ ਪਾ ਲਿਆ ਸੀ ਜੋ ਰੁੱਸ ਬੈਠਾ? ਕੀ ਬਾਜ਼ਾਰ ਚੱਲਣ ਲਈ ਆਖ ਦਿੱਤਾ ਸੀ ਜੋ ਉਹਨੂੰ ਹਰਖ ਚੜ੍ਹ ਗਿਆ? ਜਾਂ ਘਰ ਸਾਫ਼ ਕਰਦੀ ਤਾਂ ਉਹਦੀਆਂ ਕਿਤਾਬਾਂ ਇੱਧਰ ਉੱਧਰ ਹੋ ਗਈਆਂ ਸਨ ਜੋ ਭੂਏ ਹੋ ਗਿਆ? ਜੀਤੋ ਨੂੰ ਖਿਆਲ ਹੀ ਨਹੀਂ ਸੀ ਕਿ ਹਰ ਕਵਿਤਾ ਕਵੀ ਦੀ ਆਪ ਬੀਤੀ ਨਹੀਂ ਹੁੰਦੀ। ਉਹ ਆਪਣੇ ਹੀ ਖਿਆਲਾਂ 'ਚ ਮਸਤ ਸੀ ਕਿ ਬਾਵਾ ਬਲਵੰਤ, ਦਵਿੰਦਰ ਸਤਿਆਰਥੀ, ਬਲੱਗਣ, ਨੂਰਪੁਰੀ, ਪ੍ਰਭਜੋਤ, ਅਵਾਰਾ ਆਦਿ ਕਈ ਕਵੀ ਆਪਣੀਆਂ ਆਪਣੀਆਂ ਕਵਿਤਾਵਾਂ ਬੋਲ ਬੋਲ ਬੈਠਦੇ ਰਹੇ। ਕਦੇ ਕਦੇ ਲੋਕਾਂ ਦੀ ਵਾਹ ਵਾਹ ਉਹਦੇ ਖਿਆਲਾਂ ਦੀ ਲੜੀ ਤੋੜਦੀ। ਇੱਕ ਕੀੜੇ ਨੇ ਉਹਦੇ ਪੈਰ 'ਤੇ ਦੰਦੀ ਵੱਢੀ। ਉਹ ਤਰਬ ਕੇ ਕੀੜੇ ਨੂੰ ਪੈਰ ਨਾਲੋਂ ਤੋੜਨ ਲਈ ਹੇਠਾਂ ਝੁਕੀ। ਉਦੋਂ ਕੋਈ ਕਵੀ ਪੜ੍ਹ ਰਿਹਾ ਸੀ, ਮੇਰੀਆਂ ਕਿਰਤਾਂ ਮੇਰੀਆਂ ਰਚਨਾਵਾਂ 'ਚ ਤ੍ਰਿਪ ਤ੍ਰਿਪ ਮੇਰਾ ਲਹੂ ਕਿਰਿਆ ਹੈ। ਉਹਨਾਂ ਦੇ ਘਰ ਇੱਕ ਦਿਨ ਕੋਈ ਕਹਿ ਰਿਹਾ ਸੀ ਕਿ ਜਦੋਂ ਕਿਸੇ ਨੂੰ ਕੋਈ ਠੋਕਰ ਲਗਾ ਦਈਏ ਤਦ ਹੀ ਕਵੀ ਬਣਦਾ। ਉਹਨੂੰ ਚੇਤਾ ਆਇਆ ਕਿ ਉਹਨੇ ਕਮਲ ਵੱਲ ਡੂੰਘੀਆਂ ਨਜ਼ਰਾਂ ਨਾਲ ਤੱਕਿਆ, ਜਿਹੜਾ ਆਪਣੀ ਕਵਿਤਾ ਬੋਲਣ ਲਈ ਖੜਾ ਹੋਇਆ ਸੀ। ਲੋਕਾਂ ਨੇ ਤਾੜੀਆਂ ਮਾਰੀਆਂ। ਉਹ ਮੁਸਕਰਾ ਪਿਆ। ਉਹ ਆਪ ਭਾਵੇਂ ਮਾੜੀ ਮੋਟੀ ਪੰਜਾਬੀ ਪੜ੍ਹੀ ਹੋਈ ਸੀ, ਪਰ ਉਹਦਾ ਪਤੀ ਤਾਂ ਇੱਕ ਬੜਾ ਵੱਡਾ ਕਵੀ ਹੈ। ਇਸ ਖਿਆਲ ਨੇ ਉਹਦੀਆਂ ਅੱਖਾਂ ਨਸ਼ਿਆ ਦਿੱਤੀਆਂ। ਕਮਲ ਕਹਿ ਰਿਹਾ ਸੀ, ਤੂੰ ਗਈ ਕਿ ਮੇਰੀ ਬਹਾਰ ਚਲੀ ਗਈ, ਜ਼ਿੰਦਗੀ ਦੀਆਂ ਪਤਝੜਾਂ 'ਚ ਭਟਕਦਿਆਂ ਮੈਂ ਮੁੜ ਮੁੜ ਤੈਨੂੰ ਯਾਦ ਕਰ ਰਿਹਾ। ਇਹੋ ਜਿਹੇ ਗੀਤ ਇਹ ਕਾਹਤੋਂ ਲਿਖਦੇ ਨੇ? ਤੇ ਉਹ ਰੋਣ ਹਾਕੀ ਹੋਈ ਬੈਠੀ ਸੀ। ਉਹ ਫੁੱਲਾਂ ਵਾਲੀ ਕੁੜੀ ਦੀ ਤਸਵੀਰ ਕਿਤੇ ਕਿਤੇ ਉਹਦਾ ਦਿਲ ਕੀਤਾ ਉੱਡ ਕੇ ਘਰ ਪਹੁੰਚ ਜਾਏ ਤੇ ਉਸ ਤਸਵੀਰ ਨੂੰ ਪਟਕ ਦੇਵੇ। ਪਰ ਫਿਰ ਉਹਨੂੰ ਲੱਗਿਆ, ਟੁੱਟੇ ਸ਼ੀਸ਼ੇ ਵਿੱਚੋਂ ਸਾਬਤ ਤਸਵੀਰ ਜਿਵੇਂ ਉਹਦੇ ਤੇ ਹੱਸ ਰਹੀ ਹੋਵੇ ਤੇ ਕਹਿ ਰਹੀ ਹੋਵੇ, ਘਰੋਂ ਤਾਂ ਕੱਢ ਦੇਵੇਂਗੀ, ਉਹਦੇ ਦਿਲ 'ਚੋਂ ਕਿਵੇਂ ਕੱਢੇਂਗੀ? ਜੀਤੋ ਦੇ ਮੱਥੇ ਤੇ ਤਰੇੜੀ ਆ ਗਈ। ਉਹਨੇ ਆਪਣਾ ਬੁੱਲ੍ਹ ਦੰਦਾਂ ਹੇਠ ਦਬਾ ਕੇ ਮਸਾਂ ਹੰਝੂ ਰੋਕੇ। ਪੰਜਾਬੀ ਕਵਿਤਾ ਦਾ ਦੌਰ ਖਤਮ ਹੋਇਆ। ਹਿੰਦੀ ਦੇ ਕਵੀ ਬਚਨ ਨੇ ਆਪਣੀ ਕਵਿਤਾ ਪੜ੍ਹੀ, ਇਸੀਲੀਏ ਖੜਾ ਰਹਾ ਕਿ ਤੁਮ ਮੁਝੇ ਪੁਕਾਰ ਲੋ। ਕਵਿਤਾ ਅਜੇ ਮੁੱਕੀ ਨਹੀਂ ਸੀ ਕਿ ਪਿੱਛੋਂ ਚਪੜਾਸੀ ਨੇ ਆ ਕੇ ਆਖਿਆ, कमल साहब की तबीयत खराब हो गई है, वो आपको घर जाने के लिए बुला रहे हैं। ਉਹ ਘਬਰਾ ਕੇ ਉੱਠ ਖੜੋਤੀ। ਕਮਲ ਨੂੰ ਕਦੇ ਕਦੇ ਦਿਲ ਦਾ ਦੌਰਾ ਪੈ ਜਾਂਦਾ ਸੀ। ਤਾਂਗੇ 'ਚ ਕਮਲ ਦੇ ਕੋਲ ਬੈਠਿਆਂ ਉਹਦਾ ਮਨ ਹੋਰ ਪਾਸੇ ਪਾਉਣ ਲਈ ਜੀਤੋ ਨੇ ਆਖਿਆ, ਤੁਹਾਡੀ ਕਵਿਤਾ ਬੜੀ ਸੋਹਣੀ ਸੀ। ਕਮਲ ਫਿੱਕਾ ਜਿਹਾ ਮੁਸਕਰਾ ਕੇ ਬੋਲਿਆ, ਤੈਨੂੰ ਕੀ ਪਤਾ ਕਿ ਸੋਹਣੀ ਕਵਿਤਾ ਕਿਹੜੀ ਹੁੰਦੀ ਹੈ? ਉਹ ਛਿੱਥੀ ਜਿਹੀ ਹੋ ਕੇ ਰਹਿ ਗਈ। ਪਾਲ ਕੱਲ੍ਹ ਸਵੇਰੇ ਸਾਡੇ ਵੱਲ ਆਏਗੀ, ਤੂੰ ਘਰ ਸਾਫ਼ ਕਰ ਰੱਖੀ ਤੇ ਰੋਟੀ ਵੀ ਸਵਾਰ ਕੇ ਬਣਾ ਲਈ, ਕਮਲ ਨੇ ਆਖਿਆ। ਜੇ ਮੇਰੇ ਵਰਗੀ ਹੁੰਦੀ ਉਹਨੂੰ ਵੀ ਲੋਕ
ਕਾਂ ਪਾਲੋ ਹੀ ਆਖਿਆ ਕਰਨਾ ਸੀ। ਜੀਤੋ ਤੋਂ ਜੀਤੀ, ਪਰ ਮੈਂ ਕਿਹੜਾ ਇੰਨੀ ਪੜ੍ਹੀ ਹੋਈ ਹਾਂ, ਇੰਨੀ ਸੋਹਣੀ ਆ ਜਾਂ ਏਡੇ ਅਮੀਰ ਮਾਪਿਆਂ ਦੀ ਧੀ ਆ। ਉਹਨੇ ਆਪਣੇ ਮਨ ਨੂੰ ਫਿਰ ਸਮਝਾ ਲਿਆ। ਇਸੀਲੀਏ ਖੜਾ ਰਹਾ ਕਿ ਤੁਮ ਮੁਝੇ ਪੁਕਾਰ ਲੋ। ਬਚਨ ਦੀ ਕਵਿਤਾ ਦੀ ਲਾਈਨ ਮੁੜ ਉਹਦੀ ਯਾਦ 'ਚ ਉੱਭਰ ਆਈ। ਨਹੀਂ, ਕਵੀ ਨੂੰ ਲਿਖਣਾ ਚਾਹੀਦਾ ਸੀ, ਇਸੀਲੀਏ ਖੜੀ ਰਹੀ ਕਿ ਤੁਮ ਮੁਝੇ ਪੁਕਾਰ ਲੋ। ਜੀਤੋ ਨੂੰ ਖਿਆਲ ਆਇਆ, ਕਿਉਂਕਿ ਕੋਈ ਆਦਮੀ ਵਰ੍ਹਿਆਂ ਬੱਧੀ ਇੰਤਜ਼ਾਰ ਨਹੀਂ ਕਰਦਾ ਹੁੰਦਾ, ਉਹ ਕੁੜੀ ਦੀਆਂ ਮਜਬੂਰੀਆਂ ਨੂੰ ਵੀ ਬੇਵਫਾਈ ਆਖਣ ਲੱਗ ਪੈਂਦਾ ਹੈ। ਇਸੀਲੀਏ ਖੜੀ ਰਹੀ। ਹਾਂ, ਵਰ੍ਹਿਆਂ ਦੇ ਵਰ੍ਹੇ ਬੀਤ ਗਏ ਨੇ ਇਹਨਾਂ ਦਾ ਘਰ ਸਾਂਭਦਿਆਂ, ਰੋਟੀ ਪਕਾਉਂਦਿਆਂ, ਤੇ ਮੈਂ ਕਿਹੜਾ ਰੱਬ ਦੇ ਮਾਂਹ ਮਾਰ ਲਏ ਸੀ। ਤੇ ਜਦੋਂ ਕਮਲ ਖੁਸ਼ ਹੁੰਦਾ ਉਹ ਵੀ ਹੱਸ ਪੈਂਦੀ, ਜਦੋਂ ਉਦਾਸ ਹੁੰਦਾ ਉਹ ਚੁੱਪ ਕਰਕੇ ਬੈਠ ਜਾਂਦੀ। ਘੁਰਕੀ ਲੈ ਕੇ ਪੈ ਜਾਣ ਦੇ ਡਰੋਂ ਉਹਨੂੰ ਬੁਲਾਉਣ ਦਾ ਵੀ ਜੇਰਾ ਨਾ ਕਰ ਸਕਦੀ। ਘਰ ਆ ਕੇ ਕਮਲ ਨੂੰ ਦਵਾਈ ਦਿੱਤੀ ਤੇ ਜਦੋਂ ਕੁਝ ਲਿਖਣ ਲੱਗ ਪਿਆ, ਉੱਠ ਕੇ ਰੋਟੀ ਤਿਆਰ ਕਰਨ ਚਲੀ ਗਈ। ਅੱਧੇ ਕੁ ਘੰਟੇ ਪਿੱਛੋਂ ਕਮਲ ਨੇ ਉਹਨੂੰ ਆਵਾਜ਼ ਮਾਰੀ। ਉਹ ਕਾਹਲੀ ਕਾਹਲੀ ਗਈ ਕਿ ਸ਼ਾਇਦ ਕੋਈ ਚੀਜ਼ ਚਾਹੀਦੀ ਹੋਵੇ। ਉਹ ਬੋਲਿਆ, ਜੇ ਤੂੰ ਆ ਦੇਖ, ਮੈਂ ਕਿੱਡੀ ਵਧੀਆ ਚੀਜ਼ ਲਿਖੀ ਏ। ਭਾਵੇਂ ਸਮਝ ਤਾਂ ਤੈਨੂੰ ਘੱਟ ਵੱਧ ਹੀ ਆਏਗੀ, ਪਰ ਮੇਰਾ ਡਾਢਾ ਮਨ ਕਰਦਾ ਕਿਸੇ ਨੂੰ ਸੁਣਾਵਾਂ। ਉਸ ਲਿਖਿਆ ਸੀ, ਦੂਰ ਦੂਰ ਦੀਆਂ ਮੰਜ਼ਿਲਾਂ ਵੱਲ ਤੱਕਦਾ ਉਹ ਆਪਣੇ ਕਦਮਾਂ ਵਿੱਚ ਪਈ ਜ਼ਿੰਦਗੀ ਨੂੰ ਭੁਲਾ ਬੈਠਾ। ਸਾਰੀ ਮਨੁੱਖਤਾ ਦੀਆਂ ਪੀੜਾਂ ਜਰਨ ਵਾਲਾ ਆਪਣੀ ਪਿਆਰੀ ਦੀਆਂ ਪੀੜਾਂ ਦੀ ਥਾਹ ਨਾ ਲੈ ਸਕਿਆ। ਉਹ ਅੱਗੋਂ ਪਤਾ ਨਹੀਂ ਕੀ ਕੁਝ ਪੜ੍ਹ ਗਿਆ ਤੇ ਜੀਤੋ ਸੋਚਾਂ 'ਚ ਡੁੱਬੀ ਰੋਈ ਜਾ ਰਹੀ ਸੀ। ਵਾਹ ਜੀਤੋ, ਤੈਨੂੰ ਵੀ ਰੋਣਾ ਆ ਗਿਆ? ਕਵਲ ਹੈਰਾਨੀ ਨਾਲ ਬੋਲਿਆ। ਅੱਜ ਤਾਂ ਤੁਸੀਂ ਮੇਰੇ ਦਿਲ ਦੀਆਂ ਗੱਲਾਂ ਲਿਖੀਆਂ ਨੇ, ਉਹ ਬੋਲੀ। ਲੋਕਾਂ ਦੇ ਦਿਲ ਦੀਆਂ ਗੱਲਾਂ ਹੀ ਤਾਂ ਕਵਿਤਾ ਹੁੰਦੀਆਂ ਨੇ, ਕਵਲ ਨੇ ਬੇਪਰਵਾਹੀ ਨਾਲ ਉੱਤਰ ਦਿੱਤਾ। ਕੱਲ੍ਹ ਨੂੰ ਨਮੈਸ਼ ਦੇਖਣ ਚੱਲੋਗੇ? ਜੀਤੋ ਨੇ ਉਹਨੂੰ ਜ਼ਰਾ ਖੁਸ਼ ਦੇਖ ਕੇ ਪੁੱਛਿਆ। ਤੂੰ ਕਿਸੇ ਗੁਆਂਢਣ ਨਾਲ ਦੇਖ ਆਵੀਂ, ਮੈਂ ਕੁਝ ਪੜ੍ਹਾਂਗਾ ਓਨੀ ਦੇਰ। ਸਾਰੀਆਂ ਗੁਆਂਢਣਾਂ ਆਪਣੇ ਆਪਣੇ ਘਰ ਵਾਲਿਆਂ ਨਾਲ ਜਾਣਗੀਆਂ, ਤੁਸੀਂ ਕਿਤੇ ਤਾਂ ਚੱਲਿਆ ਕਰੋ। ਹਰ ਵੇਲੇ ਬਸ ਪੜ੍ਹਨਾ ਹੀ ਪੜ੍ਹਨਾ। ਨਾਲੇ ਮੈਂ 2 ਨਵੇਂ ਸੂਟ ਲਿਆਉਣੇ ਨੇ ਰੇਸ਼ਮੀ, ਅਗਲੇ ਮਹੀਨੇ ਪਿੰਡ ਵਿਆਹ ਜੋ ਜਾਣਾ। ਤੈਨੂੰ ਤਾਂ ਬਸ ਹਰ ਵੇਲੇ ਰੇਸ਼ਮੀ ਕੱਪੜਿਆਂ ਦੀ ਪਈ ਰਹਿੰਦੀ ਹੈ। ਦੁਨੀਆ 'ਚ ਅਨੇਕਾਂ ਅਜਿਹੇ ਬੰਦੇ ਵੀ ਨੇ ਜਿਨ੍ਹਾਂ ਨੂੰ ਰੋਟੀ ਵੀ ਰੱਜ ਕੇ ਨਹੀਂ ਮਿਲਦੀ, ਤੇ ਮੈਂ ਕੀ ਕਰਾਂ ਜੇ ਰੋਟੀ ਨਹੀਂ ਮਿਲਦੀ? ਤੁਸੀਂ ਮਰੀ ਜਾਓ ਉਹਨਾਂ ਦੇ ਝੋਰਿਆਂ 'ਚ, ਮੈਨੂੰ ਨਹੀਂ ਐਵੇਂ ਵਾਧੂ ਗੱਲਾਂ ਆਉਂਦੀਆਂ। ਮੈਂ ਇਹਨਾਂ ਦੇ ਘਰ ਆ ਕੇ ਕੀ ਸੁੱਖ ਦੇਖਿਆ? ਨਾ ਚੱਜ ਦਾ ਖਾਧਾ, ਨਾ ਹੰਢਾਇਆ, ਨਾ ਕੋਈ ਚੱਜ ਨਾਲ ਇਹਨਾਂ ਸਿੱਧੇ ਮੱਥੇ ਬੁਲਾਇਆ। ਹਰਖ 'ਚੋਂ ਕਿੰਨਾ ਕੁਝ ਸੋਚ ਗਈ। ਆ ਗੁਆਂਢੀ ਭਾਵੇਂ ਇੱਕ ਕਲਰਕ ਹੈ, ਫਿਰ ਵੀ ਘਰ ਰੰਗ ਰਲੀਆਂ ਮਨਾਉਂਦੇ ਨੇ। ਇੱਥੇ ਮੇਰਾ ਵੀ ਕੋਈ ਜੀਵਨ ਹੈ? ਕੋਈ ਗੱਲ ਵੀ ਹੈ ਕਿ ਉਂਝ ਹੀ ਲੈਕਚਰ ਸ਼ੁਰੂ ਕਰਤਾ? ਤੁਹਾਡੇ ਭਾਅ ਦੀ ਨਹੀਂ ਕੋਈ ਗੱਲ, ਜੀਤੋ ਜ਼ਰਾ ਚਿੜ ਕੇ ਬੋਲੀ। ਮੇਰੀ ਹਰ ਗੱਲ ਤੁਹਾਨੂੰ ਜ਼ਹਿਰ ਲੱਗਦੀ ਏ, ਹੋਰ ਭਾਵੇਂ 10-10 ਘੰਟੇ ਬੈਠੇ ਰਹਿਣ। ਆਖਰ ਤੂੰ ਚਾਹੁੰਦੀ ਕੀ? ਘਰੋਂ ਨਿਕਲ ਜਾਵਾਂ? ਫਿਰ ਸੁਖਾਲੀ ਹੋ ਜਾਏਗੀ? ਕਵਲ ਨੇ ਆਕੜ ਕੇ ਆਖਿਆ। ਮੇਰੀ ਤਾਂ ਕਿਸਮਤ ਹੀ ਫੁੱਟ ਗਈ ਜਿੱਦਣ ਤੁਹਾਡੇ ਲੜ ਲੱਗੀ, ਉਹ ਵੀ ਖਿੱਚ ਕੇ ਬੋਲੀ। ਜਾ ਇੱਥੋਂ ਦਫਾ ਹੋ ਜਾ, ਮੈਨੂੰ ਕੰਮ ਕਰਨ ਦੇ। ਹੈ ਕੀ ਮੁਸੀਬਤ ਦੀ ਮੁਸੀਬਤ, ਨਾ ਕੁਝ ਜਾਣੇ ਨਾ ਸਮਝੇ। ਚੰਗਾ, ਭਲਕੇ ਪੇਕੀ ਚਲੀ ਜਾਊਂਗੀ, ਜਿਵੇਂ ਮਰਜ਼ੀ ਮਨ ਆਇਆ ਕਰਿਓ। ਆਖਦੀ ਭਰੀਆਂ ਅੱਖਾਂ ਨਾਲੋਂ ਕਮਰੇ 'ਚੋਂ ਬਾਹਰ ਨਿਕਲ ਗਈ। ਹਨੇਰੇ 'ਚ ਪਏ ਤੇ ਰੌਸ਼ਨੀ ਵੰਡਦੇ ਲੈਂਪ ਵੱਲ ਬੇਧਿਆਨੀ ਕਵਲ ਕਿੰਨੀ ਦੇਰ ਤੱਕੀ ਗਿਆ। ਡਾਕਟਰ ਦਲੀਪ ਕੌਰ ਟਿਵਾਣਾ ਦੀ ਕਹਾਣੀ ਬਾਲਾ ਦੀਦੀ। ਬਾਲਾ ਦੀਦੀ ਸਾਰੇ ਉਹਨੂੰ ਸੱਦਦੇ ਨੇ। ਪਿਛਲੇ ਵਰ੍ਹੇ ਜਦੋਂ ਮੇਰਾ ਵਿਆਹ ਉਹਨਾਂ ਦੇ ਘਰ ਹੋਇਆ ਤਾਂ ਪਹਿਲੀ ਵਾਰ ਮੈਂ ਉਹਨੂੰ ਵੇਖਿਆ। ਵਿਆਹ 'ਤੇ ਵੀ ਉਹਨੇ ਚਿੱਟੇ ਕੱਪੜੇ ਪਾਏ ਹੋਏ ਸਨ। ਮੈਂ ਸੋਚਾਂ 'ਚ ਪੈ ਗਿਆ, ਪਰ ਉਹਦਾ ਮੁਸਕਰਾਉਂਦਾ ਮੂੰਹ ਬੱਚਿਆਂ ਵਰਗੀ ਮਾਸੂਮੀਅਤ ਤੋਂ ਲੱਗਦਾ ਸੀ ਕਿ ਚਿੱਟੇ ਕੱਪੜੇ ਕਿਸੇ ਬਦਸ਼ਗਨੀ ਕਰਕੇ ਜਾਂ ਸਮਾਜਿਕ ਰੀਤੀ ਰਿਵਾਜ ਕਰਕੇ ਨਹੀਂ ਪਾਏ ਜਾਂਦੇ। ਇਹਦੀ ਪਸੰਦ ਹੀ ਹੋਏਗੀ, ਮੈਂ ਸੋਚਿਆ। ਬਾਲਾ ਦੀਦੀ ਬੜੇ ਸੋਹਣੇ ਗੀਤ ਲਿਖਦੀ ਏ, ਕਦੇ ਉਹ ਰੇਡੀਓ 'ਤੇ ਵੀ ਗਾਏ ਜਾਂਦੇ ਨੇ। ਇੱਕ ਦਿਨ ਜੀਤੀ ਨੇ ਮੈਨੂੰ ਦੱਸਿਆ, ਬਾਲਾ ਦੀਦੀ ਤੇਰੇ ਨਾਲੋਂ ਤਾਂ ਕਈ ਵਾਰੀ ਵੱਡੀ ਏ। ਉਹਨੇ ਵਿਆਹ ਕਿਉਂ ਨਹੀਂ ਕੀਤਾ ਅਜੇ ਤੱਕ? ਮੈਂ ਜੀਤੀ ਨੂੰ ਪੁੱਛਿਆ। ਘਰਦਿਆਂ ਨੇ ਤਾਂ ਬਥੇਰੇ ਚੰਗੇ ਮੁੰਡੇ ਵੇਖੇ ਸੀ, ਪਰ ਬਾਲਾ ਦੀਦੀ ਮੰਨਦੀ ਨਹੀਂ। ਆਂਦੀ ਏ ਮੈਂ ਨੌਕਰੀ ਇਸ ਲਈ ਕੀਤੀ ਏ ਕਿ ਕਿਸੇ 'ਤੇ ਬੋਝ ਨਾ ਬਣਾ। ਪਰ ਇਹਦਾ ਕਾਰਨ? ਇਹ ਉਹ ਤੋਂ ਪੁੱਛਣ ਦੀ ਕੌਣ ਹਿੰਮਤ ਕਰ ਸਕਦਾ? ਇੱਕ ਵਾਰੀ ਜੇ ਘੂਰ ਕੇ ਤੱਕੇ ਤਾਂ ਸਾਰੇ ਟੱਬਰ ਦਾ ਸਾਹ ਸੁੱਕ ਜਾਂਦਾ। ਕਹਿੰਦੀ ਭਾਵੇਂ ਘੱਟ ਵੱਧ ਹੀ ਏ ਕੁਝ ਕਿਸੇ ਨੂੰ, ਪਰ ਬਾਈ ਗॉड ਡਰਦੇ ਉਹ ਤੋਂ ਸਾਰੇ ਨੇ, ਜੀਤੀ ਨੇ ਦੱਸਿਆ। ਪਰ ਜੀਤੀ ਮੈਨੂੰ ਤੇ ਉਹ ਤੋਂ ਡਰ ਨਹੀਂ ਲੱਗਦਾ, ਸਗੋਂ ਬੜੀ ਅੱਛੀ ਲੱਗਦੀ ਏ। ਅੱਛੀ ਤਾਂ ਸਭ ਨੂੰ ਹੀ ਲੱਗਦੀ ਏ, ਪਰ ਕਦੇ ਕਦੇ ਉਹਨੂੰ ਗੁੱਸਾ ਵੀ ਅੰਤਾਂ ਦਾ ਆ ਜਾਂਦਾ। ਪਤਾ ਨਹੀਂ ਕਿਸ ਗੱਲ ਤੋਂ ਆਉਂਦਾ, ਤੇ ਆਪਣੇ ਆਪ ਫਿਰ ਠੀਕ ਵੀ ਹੋ ਜਾਂਦਾ। ਹਰ ਵੇਲੇ ਨਾਲ ਰਹਿੰਦਿਆਂ ਵੀ ਤੁਹਾਨੂੰ ਪਤਾ ਨਹੀਂ ਲੱਗਦਾ? ਮੈਂ ਜੀਤੀ ਤੋਂ ਪੁੱਛਿਆ। ਰਹਿੰਦੇ ਤਾਂ ਭਾਵੇਂ ਨਾਲ ਹੀ ਨੇ ਸਭ,
ਪਰ ਕਦੇ-ਕਦੇ ਤਾਂ ਬੜੀ ਦੂਰ ਦਿਸਣ ਲੱਗ ਜਾਂਦੀ ਹੈ। ਕੋਲ ਬੈਠਿਆਂ-ਬੈਠਿਆਂ ਉਹਦੀ ਸੂਰਤ ਕਿਧਰੇ ਖੋ ਜਾਂਦੀ ਹੈ। ਕੋਈ ਗੱਲ ਉਹਨੂੰ ਸੁਣਾਈ ਨਹੀਂ ਦਿੰਦੀ, ਕੋਈ ਕੰਮ ਉਹ ਤੋਂ ਹੁੰਦਾ ਨਹੀਂ, ਪਰ ਬੜੀ ਨਿਢਾਲ ਜਿਹੀ ਦਿਸਣ ਲੱਗ ਪੈਂਦੀ ਹੈ। ਸੱਚੀ ਉਦੋਂ ਤਾਂ ਉਹਦੇ ਵੱਲ ਮੂੰਹ ਵੱਲ ਤੱਕ ਕੇ ਬੜਾ ਹੀ ਤਰਸ ਆਉਂਦਾ ਹੈ। ਜੀਤੀ ਦੀਆਂ ਗੱਲਾਂ ਤੋਂ ਬਾਲਾ ਦੀਦੀ ਬਾਰੇ ਕੋਈ ਥਹੁ ਨਹੀਂ ਸੀ ਲੱਗਦਾ। ਮੈਂ ਕਿੰਨੀ ਰਾਤ ਤੀਕ ਸੋਚਦਾ ਰਿਹਾ ਕਿ ਸਾਡੀਆਂ ਆਮ ਕੁੜੀਆਂ ਦੀ ਜ਼ਿੰਦਗੀ ਇੱਕ ਰੱਟ ਜਿਹੀ 'ਚ ਘੁੰਮਦੀ ਰਹਿੰਦੀ ਹੈ, ਪਰ ਬਾਲਾ ਦੀਦੀ ਦੀਆਂ ਬੜੀਆਂ ਗੱਲਾਂ 'ਚ ਉਲੰਘ ਰਹੀ ਸੀ। ਅਗਲੀ ਵਾਰੀ ਜਦੋਂ ਅਸੀਂ ਉੱਧਰ ਗਏ, ਮੈਂ ਬਾਲਾ ਦੀਦੀ ਨੂੰ ਬੜੇ ਗੌਰ ਨਾਲ ਤੱਕਦਾ ਰਿਹਾ। ਬੜੀ ਸਲੀਕੇ ਵਾਲੀ ਕੁੜੀ ਦਿਸਦੀ ਸੀ। ਜੇ ਬਾਲਾ ਨਾ ਹੋਵੇ, ਮੇਰਾ ਤਾਂ ਘਰ ਹੀ ਰੁਲ ਜਾਵੇ। ਹੋਰ ਤਾਂ ਕੋਈ ਕੰਮ ਨੂੰ ਹੱਥ ਕਿਹੜਾ ਲਾਉਂਦਾ ਹੈ? ਇਹੀ ਕਰੇ ਚਾਹੇ ਨਾ ਕਰੇ, ਮਾਂ ਜੀ ਨੇ ਦੱਸਿਆ। ਫਿਰ ਵੀ ਢੇਰਾਂ ਦੇ ਢੇਰ ਕਿਤਾਬਾਂ ਪੜ੍ਹਦੀ ਰਹਿੰਦੀ। ਮੈਂ ਦੇਖਿਆ ਕਦੇ-ਕਦੇ ਗੱਲਾਂ ਕਰਦਿਆਂ ਉਹਦੀ ਸੁਰਤ ਕਿਧਰੇ ਖਿੰਡਣ ਲੱਗ ਜਾਂਦੀ। ਉਹਦੀ ਤੱਕਣੀ 'ਚ ਇੱਕ ਖਿਲਾਅ ਆ ਜਾਂਦਾ, ਚਿਹਰੇ 'ਤੇ ਬੇਮਲੂਮਾ ਜਿਹਾ ਸ਼ਿਕਵਾ ਜਿਹਾ ਉਗੜਦਾ। ਫਿਰ ਇੱਕ ਝੰਜੋੜ ਜਿਹੀ ਲੈਂਦਾ, ਜਿਵੇਂ ਕਿਸੇ ਅਸਹਿ ਬੋਝ ਨੂੰ ਛੰਡ ਸੁੱਟਣਾ ਚਾਹੁੰਦਾ ਹੋਵੇ। ਫਿਰ ਆਲੇ ਦੁਆਲੇ ਤੱਕ ਕੇ ਹੱਸ ਪੈਂਦੀ। ਇੱਕ ਦਿਨ ਕੁਰਸੀਆਂ ਥੋੜ੍ਹੀਆਂ ਹੋਣ ਕਰਕੇ ਅਸੀਂ ਸਾਰੇ ਦਰੀ 'ਤੇ ਹੀ ਬੈਠ ਗਏ। ਬਾਲਾ ਦੀਦੀ ਉੱਥੇ ਹੀ ਲੇਟ ਗਈ। ਅਸੀਂ ਸਭ ਗੱਲਾਂ ਕਰ ਰਹੇ ਸੀ, ਉੱਚੀ-ਉੱਚੀ ਹੱਸ ਰਹੇ ਸੀ, ਉੱਥੇ ਹੀ ਸੌਂ ਗਈ ਸੀ। ਦੀਦੀ ਸੌਂ ਗਈ? ਮੈਂ ਜੀਤੀ ਨੂੰ ਪੁੱਛਿਆ। ਹਾਂ, ਦੀਦੀ ਇਵੇਂ ਹੀ ਕਰਦੀ ਹੁੰਦੀ ਏ। ਜਦੋਂ ਮਨ ਆਇਆ ਭਾਵੇਂ ਢੋਲ ਖੜਕਾਈ ਜਾਓ, ਇਹਨੂੰ ਪਤਾ ਹੀ ਨਹੀਂ ਲੱਗਦਾ। ਉਂਝ ਭਾਵੇਂ ਸਾਰੀ ਰਾਤ ਅੱਖਾਂ ਥਾਣੀ ਲੰਘਾ ਛੱਡੇ। ਬਾਲਾ ਦੀਦੀ ਪੂਰਨ ਸ਼ਾਂਤੀ ਨਾਲ ਸੁੱਤੀ ਪਈ ਸੀ। ਸੁੱਤੀ ਉਹ ਜਾਗਣ ਨਾਲੋਂ ਕਿਤੇ ਵੱਧ ਚੰਗੀ ਲੱਗ ਰਹੀ ਸੀ। ਇੱਕੋ ਧੰਦਕ ਕੇ ਉੱਠ ਬੈਠੀ, ਭਵੱਤਰਿਆਂ ਵਾਂਗ ਚੁਫੇਰੇ ਤੱਕਿਆ, ਫਿਰ ਹੱਸ ਪਈ ਤੇ ਅੱਖਾਂ ਮੀਟ ਕੇ ਦੂਜੇ ਪਲ ਫਿਰ ਸੁੱਤੀ ਹੋਈ ਸੀ। ਕਿਹੜੀ ਚੀਜ਼ ਏ ਜਿਹੜੀ ਇਹਨੂੰ ਸੁੱਤਿਆਂ ਵੀ ਬੇਚੈਨ ਕਰ ਜਾਂਦੀ ਏ? ਮੈਂ ਸੋਚ ਰਿਹਾ ਸਾਂ। ਇੰਨੇ ਨੂੰ ਦੂਜੇ ਕਮਰੇ 'ਚੋਂ ਕੁਝ ਲੈਣ ਗਈ ਜੀਤੀ ਦੌੜੀ ਆਈ ਤੇ ਆਖਣ ਲੱਗੀ, ਛੇਤੀ ਆਓ, ਰੇਡੀਓ 'ਤੇ ਬਾਲਾ ਦੀਦੀ ਦਾ ਗੀਤ ਆ ਰਿਹਾ। ਬਾਲਾ ਨੂੰ ਵੀ ਉਹਨੇ ਜਗਾ ਲਿਆ। ਗੀਤ ਦੇ ਬੋਲ ਸਨ ਕਿ ਵਰ੍ਹਾ ਬੀਤ ਗਿਆ ਏ, ਬਹਾਰ ਪਰਤ ਆਈ ਏ, ਪਰ ਤੈਨੂੰ ਪਰਤਣ ਦਾ ਸ਼ਾਇਦ ਚੇਤਾ ਹੀ ਭੁੱਲ ਗਿਆ। ਜਿਸ ਰਾਹ ਤੋਂ ਤੂੰ ਮੇਰੇ ਨਾਲੋਂ ਨਿਖੜ ਗਿਆ ਸੈਂ, ਮੈਂ ਅਜੇ ਵੀ ਉੱਥੇ ਹੀ ਖੜੋਤੀ ਹਾਂ। ਮਤੇ ਕਦੇ ਤੈਨੂੰ ਮੇਰਾ ਚੇਤਾ ਆਵੇ, ਤੂੰ ਪਰਤ ਕੇ ਆਵੇਂ। ਏਡੀ ਵੱਡੀ ਦੁਨੀਆ 'ਚ ਮੈਂ ਇਕੱਲੀ ਰਹਿ ਗਈ ਹਾਂ, ਪਰ ਨਹੀਂ, ਤੇਰੀ ਯਾਦ ਤੇ ਹਰ ਵੇਲੇ ਮੇਰੇ ਨਾਲ ਰਹਿੰਦੀ ਏ। ਕਹਿੰਦੇ ਨੇ ਪੰਛੀਆਂ ਤੇ ਪਰਦੇਸੀਆਂ ਦਾ ਕੋਈ ਵਸਾਹ ਨਹੀਂ ਹੁੰਦਾ, ਪਰ ਤੇਰੇ 'ਤੇ ਸ਼ੱਕ ਕਰਕੇ ਮੈਂ ਤੇਰੀ ਹੱਤਕ ਨਹੀਂ ਸੀ ਕਰਨਾ ਚਾਹੁੰਦੀ। ਗੀਤ ਤੁਰਦਾ ਗਿਆ। ਮੈਂ ਬਾਲਾ ਦੀਦੀ ਦੇ ਚਿਹਰੇ 'ਤੇ ਵੱਟਦੇ ਭਾਵਾਂ ਨੂੰ ਤੱਕਦਾ ਰਿਹਾ। ਮੈਨੂੰ ਆਪਣੇ ਵੱਲ ਗੌਰ ਨਾਲ ਤੱਕਦਿਆਂ ਦੇਖ ਉਹ ਉੱਪਰੀ ਜਿਹੀ ਹਾਸੀ ਹੱਸ ਪਈ। ਫਿਰ ਉੱਠ ਕੇ ਕਮਰੇ 'ਚ ਲੱਗੀ ਤਸਵੀਰ ਤੱਕਣ ਲੱਗ ਪਈ। ਤਸਵੀਰ ਤਾਂ ਉਹਨੇ ਪਹਿਲਾਂ ਵੀ ਹਜ਼ਾਰਾਂ ਵਾਰ ਤੱਕੀ ਹੋਣੀ ਏ, ਸਿਰਫ ਆਪਣੇ ਚਿਹਰੇ ਦੇ ਉਗੜੇ ਭਾਵਾਂ ਨੂੰ ਛੁਪਾ ਰਹੀ ਸੀ। ਗੀਤ ਖਤਮ ਹੋਇਆ, ਉੱਚੀ-ਉੱਚੀ ਹੱਸ ਪਈ, ਸ਼ਾਇਦ ਗੀਤ ਦੇ ਪ੍ਰਭਾਵ ਨੂੰ ਹਾਸੇ 'ਚ ਖੋ ਦੇਣ ਲਈ। ਵਰ੍ਹਾ ਬੀਤ ਗਿਆ। ਬਾਲਾ ਦੀਦੀ ਦੇ ਕਈ ਗੀਤ ਮੈਂ ਰੇਡੀਓ ਤੋਂ ਸੁਣੇ। ਕਈ ਵਾਰੀ ਉਹਨੂੰ ਮਿਲਿਆ। ਬਹੁਤਾ ਕੁਝ ਉਹਦੇ ਬਾਰੇ ਜਾਣ ਨਾ ਸਕਿਆ। ਕੋਈ ਵੀ ਉਹਦੇ ਬਾਰੇ ਨਹੀਂ ਸੀ ਜਾਣਦਾ। ਆਪਣੇ ਜ਼ਬਤ ਦੀਆਂ ਕੰਨੀਆਂ ਉਹਨੇ ਇੰਨੀਆਂ ਕਿ ਭਰੀਆਂ ਹੋਈਆਂ ਸਨ ਕਿ ਕੋਈ ਉਹਨਾਂ ਦੇ ਹੇਠੋਂ ਤੱਕ ਨਹੀਂ ਸੀ ਸਕਦਾ। ਉਹਦੇ ਵਿਚਾਰ ਜਾਣਨ ਲਈ ਕਈ ਵਾਰ ਮੈਂ ਕਈ ਵਿਸ਼ਿਆਂ 'ਤੇ ਬਹਿਸ ਛੇੜੀ। ਬੜੇ ਸੁਲਝੇ ਸਮਝੇ ਹੋਏ ਖਿਆਲ ਸਨ। ਬੌਧਿਕ ਪੱਧਰ ਬੜਾ ਉੱਚਾ ਸੀ, ਸਾਹਿਤਕ ਵਾਕਫੀਅਤ ਬੜੀ ਸੀ, ਦਲੀਲਾਂ ਬੜੀਆਂ ਵਜ਼ਨਦਾਰ ਹੁੰਦੀਆਂ, ਪਰ ਅਖੀਰ 'ਚ ਇਹ ਆਖ ਕੇ ਖ਼ਤਮ ਕਰ ਦਿੰਦੀ ਕਿ ਜਿੰਨਾ ਬਹੁਤਾ ਸੋਚੋਗੇ ਉਨੇ ਹੀ ਦੁਖੀ ਹੋਵੋਗੇ। ਹਾਸ਼ਮ ਠੀਕ ਹੀ ਆਂਦਾ ਹੈ, ਮੂਰਖ ਲੋਕ ਸਦਾ ਸੁੱਖ ਸੌਂਦੇ ਤੇ ਹੱਸ ਪੈਂਦੇ। ਇੱਕ ਦਿਨ ਮੈਂ ਢੀਠ ਹੋ ਕੇ ਪੁੱਛ ਹੀ ਲਿਆ ਕਿ ਬਾਲਾ ਦੀਦੀ ਤੁਸੀਂ ਹਮੇਸ਼ਾ ਚਿੱਟੇ ਹੀ ਕੱਪੜੇ ਕਿਉਂ ਪਾਉਂਦੇ ਹੋ? 2 ਪਲ ਉਹ ਮੇਰੇ ਮੂੰਹ ਵੱਲ ਤੱਕਦੀ ਰਹੀ। ਇੱਕ ਸ਼ਰਾਰਤੀ ਮੁਸਕਰਾਹਟ ਉਹਦੇ ਚਿਹਰੇ 'ਤੇ ਆਈ, ਪਰ ਦੂਜੇ ਹੀ ਪਲ ਉਦਾਸੀ ਦਾ ਪਰਛਾਵਾਂ ਉਹਦੀਆਂ ਅੱਖਾਂ 'ਚ ਫਿਰ ਗਿਆ ਤੇ ਆਖਣ ਲੱਗੀ, ਕਿਸੇ ਨੂੰ ਮੇਰੇ ਚਿੱਟੇ ਕੱਪੜੇ ਪਾਉਣਾ ਬਹੁਤ ਚੰਗਾ ਲੱਗਦਾ ਸੀ। ਉਦੋਂ ਸ਼ੁਰੂ ਕੀਤੇ ਸਨ। ਕਿਹਨੂੰ? ਮੈਂ ਹੌਸਲਾ ਕਰਕੇ ਪੁੱਛਿਆ। ਜਿਹਦੀਆਂ ਪਸੰਦਾਂ ਮੈਨੂੰ ਆਪਣੀਆਂ ਪਸੰਦਾਂ ਨਾਲੋਂ ਜ਼ਿਆਦਾ ਪਿਆਰੀਆਂ ਨੇ। ਉਹਨੇ ਸੰਜੀਦਾ ਹੋ ਕੇ ਜਵਾਬ ਦਿੱਤਾ। ਕੀ ਬਾਲਾ ਦੀਦੀ ਤੇਰੀਆਂ ਪਸੰਦਾਂ ਦਾ ਵੀ ਉਹਨੂੰ ਐਡਾ ਖਿਆਲ ਏ? ਇਹਦੇ ਨਾਲ ਕੀ ਫਰਕ ਪੈ ਚੱਲਿਆ? ਤੁਸੀਂ ਹਰ ਕੰਮ ਬਦਲੇ ਦੀ ਚਾਹ ਜਾਂ ਤਜਾਰਤੀ ਰਵੱਈਏ ਨਾਲ ਹੀ ਤਾਂ ਨਹੀਂ ਕਰ ਸਕਦੇ। ਕੀ ਇਹਨਾਂ ਖਿਆਲਾਂ ਨਾਲ ਮਨ ਨੂੰ ਤਸੱਲੀ ਹੋ ਜਾਂਦੀ ਏ? ਮਨ ਦੀ ਭਟਕਣ ਹਟ ਜਾਂਦੀ ਏ? ਮੈਂ ਫਿਰ ਪੁੱਛਿਆ। ਗਮ ਦਾ ਇੱਕ ਬੱਦਲ ਬਾਲਾ ਦੀਦੀ ਦੀਆਂ ਅੱਖਾਂ 'ਚੋਂ ਉਮੜ ਆਇਆ, ਪਰ ਉਹ ਕੁਸੀਸ ਵੱਟ ਕੇ ਵਿੱਚੇ ਵਿੱਚ ਪੀ ਗਈ। ਕਿੱਡੀ ਜਿਗਰੇ ਵਾਲੀ ਕੁੜੀ ਏ। ਹੈਰਾਨ ਆ ਕਿ ਜ਼ਿੰਦਗੀ ਨੇ ਇਹਦੇ ਕੋਲੋਂ ਕੁਝ ਖੋਹ ਕਿਵੇਂ ਲਿਆ। ਮੈਂ ਸੋਚਿਆ।
ਇੰਨੇ ਨੂੰ ਜੀਤੀ ਉੱਥੇ ਆ ਗਈ। ਬਾਲਾ ਦੀਦੀ ਦੇ ਚਿਹਰੇ 'ਤੇ ਥੋੜ੍ਹੀ ਘਬਰਾਹਟ ਦੇਖ ਮੈਂ ਗੱਲ ਬਦਲ ਦਿੱਤੀ। ਬਾਲਾ ਦੀਦੀ ਨੇ 1-2 ਵਾਰੀ ਨੀਝ ਲਾ ਕੇ ਮੇਰੇ ਵੱਲ ਤੱਕਿਆ। ਉਹਨਾਂ ਤੱਕਣੀਆਂ ਚੰਤਾਂ ਦੀ ਭੀੜ ਸੀ। ਮੈਨੂੰ ਦੁੱਖ ਹੋਇਆ ਕਿ ਮੈਂ ਕਿਸੇ ਦੁੱਖ ਦੀ ਨਾੜ ਨੂੰ ਛੋਹ ਬੈਠਾ ਸਾਂ। ਅਗਲੇ ਦਿਨ ਅਸੀਂ ਦਿੱਲੀ ਨੂੰ ਤੁਰ ਪਏ। ਸਾਰੀ ਰਾਤ ਦਾ ਸਫ਼ਰ ਸੀ। ਜੀਤੀ ਤਾਂ ਸੌਂ ਗਈ, ਪਰ ਮੈਂ ਸੋਚਦਾ ਰਿਹਾ ਕਿ ਸ਼ਾਇਦ ਬਾਲਾ ਦੀਦੀ ਨੇ ਕਿਸੇ ਨੂੰ ਚਾਹਿਆ। ਉਹ ਇਹਦੀ ਜ਼ਿੰਦਗੀ ਨੂੰ ਚੀਰ ਕੇ ਲੰਘ ਗਿਆ। ਦੁਨੀਆ 'ਚ ਚੰਗੇ ਬੰਦਿਆਂ ਦਾ ਤੋੜਾ ਨਹੀਂ, ਪਰ ਕਿੱਡੇ ਸਬਰ ਵਾਲੀ ਕੁੜੀ ਏ। ਇੱਕੋ ਯਾਦ ਦਿਲ 'ਚ ਰੱਖ ਪੱਟ ਢੋ ਲਏ। ਮੁੜ ਬਾਹਰਲੀ ਦੁਨੀਆ ਵੱਲ ਨਾ ਤੱਕਿਆ। ਪਰ ਇਹਦੇ ਨਾਲ ਏਡੀ ਚੰਗੀ ਕੁੜੀ ਦੀ ਜ਼ਿੰਦਗੀ ਵੀਰਾਨ ਹੋ ਗਈ ਏ। ਸੰਵਰਿਆ ਤੇ ਕਿਸੇ ਦਾ ਕੁਝ ਵੀ ਨਹੀਂ। ਇੰਨਾ ਹੀ ਸੋਚਾਂ 'ਚ ਪਤਾ ਨਹੀਂ ਕਿਹੜੇ ਵੇਲੇ ਨੀਂਦ ਆ ਗਈ। ਉਦੋਂ ਹੀ ਅੱਖ ਖੁੱਲ੍ਹੀ ਜਦੋਂ ਜੀਤੀ ਕਹਿ ਰਹੀ ਸੀ, ਘੋੜੇ ਵੇਚ ਕੇ ਤਾਂ ਨਹੀਂ ਸੁੱਤੇ, ਉੱਠੋ ਦਿੱਲੀ ਆ ਗਈ। ਫਿਰ 2 ਕੁ ਮਹੀਨੇ ਮਗਰੋਂ ਬਾਲਾ ਦੀਦੀ ਦੀ ਚਿੱਠੀ ਆਈ। ਉਹਨੇ ਮੈਨੂੰ ਸੱਦਿਆ ਸੀ। ਮੈਂ ਹੈਰਾਨ ਸਾਂ ਕਿ ਕੀ ਗੱਲ ਹੋ ਸਕਦੀ ਏ। ਆਉਂਦੇ ਨੂੰ ਹੀ ਉਹਨੇ ਕਿਹਾ, ਘਰਦਿਆਂ ਨੂੰ ਨਾ ਦੱਸਿਓ ਕਿ ਮੈਂ ਬੁਲਾਇਆ, ਕਹਿਣਾ ਇੱਧਰ ਕਿਸੇ ਕੰਮ ਆਇਓ। ਮੈਂ ਦੇਖਿਆ ਬਾਲਾ ਦੀਦੀ ਕੁਝ ਬੇਚੈਨ ਜਿਹੀ ਸੀ। ਸ਼ਾਮ ਤੀਕ ਉਹਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ। ਕਾਫੀ ਆਥਣ ਹੋਏ। ਬਾਕੀ ਸਾਰੇ ਜਦੋਂ ਅੰਦਰ ਤਾਸ਼ ਖੇਡ ਰਹੇ ਸਨ ਤਾਂ ਉਹਨੇ ਬਗੀਚੀ 'ਚ ਕੁਰਸੀਆਂ ਡਾਹ ਲਈਆਂ। ਇਕੱਲੀ ਜਾ ਕੇ ਬੈਠ ਗਈ। ਮੈਂ ਵੀ ਉੱਧਰ ਜਾ ਨਿਕਲਿਆ। ਉਹ ਇੱਕ ਟਾਹਣੀ ਨਾਲੋਂ ਪੱਤੇ ਮਰੁੰਡ ਸੁੱਟ ਰਹੀ ਸੀ। ਤੁਹਾਡਾ ਦੋਸਤ ਰਜਿੰਦਰ ਹੈ ਨਾ? ਉਹਨੇ ਮੈਨੂੰ ਕਈ ਚਿੱਠੀਆਂ ਲਿਖੀਆਂ ਨੇ ਕਿ ਮੈਂ ਉਹਦੇ ਨਾਲ ਵਿਆਹ ਕਰਵਾ ਲਵਾਂ, ਨਹੀਂ ਤਾਂ ਸਾਰੀ ਜ਼ਿੰਦਗੀ ਉਹ ਕਿਸੇ ਨਾਲ ਵਿਆਹ ਨਹੀਂ ਕਰੇਗਾ। ਮੈਂ ਆਪ ਜਵਾਬ ਦੇਣਾ ਠੀਕ ਨਹੀਂ ਸਮਝਿਆ। ਤੁਸੀਂ ਜੇ ਉਹਨੂੰ ਇੱਕ ਗੱਲ ਦੱਸ ਸਕੋ ਕਿ... ਦੀਦੀ ਵਿੱਚੇ ਚੁੱਪ ਕਰ ਗਈ। ਕੀ ਗੱਲ ਬਾਲਾ ਦੀਦੀ? ਮੈਂ ਉਤਾਵਲੀ ਹੋ ਕੇ ਪੁੱਛਿਆ। ਪਹਿਲਾਂ ਵੀ ਇਸ ਤਰ੍ਹਾਂ ਕਈ ਜਣਿਆਂ ਨੇ ਚਾਹਿਆ, ਪਰ ਮੈਂ ਆਪਣੇ ਮਨ ਨੂੰ ਮਨਾ ਨਾ ਸਕੀ। ਵਰ੍ਹਿਆਂ ਦੇ ਵਰ੍ਹੇ ਲੰਘ ਗਏ। ਰੋਟੀ ਕੱਪੜੇ ਦੀ ਤਾਂ ਕਿਸੇ ਨੂੰ ਵੀ ਕਦੀ ਔਖ ਨਹੀਂ ਹੁੰਦੀ, ਪਰ ਹੌਲੀ ਹੌਲੀ ਮਨ 'ਚ ਇੱਕ ਖਿਲਾਅ ਆ ਜਾਂਦਾ ਹੈ। ਨਿਰੀਆਂ ਯਾਦਾਂ ਜਿਉਣ ਲਈ ਕਾਫੀ ਨਹੀਂ ਰਹਿ ਜਾਂਦੀਆਂ। ਠੀਕ ਹੈ, ਹੱਠ ਕੀਤਾ ਜਾ ਸਕਦਾ ਹੈ, ਪਰ ਇਹਦੇ ਨਾਲ ਸੰਵਰਨਾ ਕਿਸੇ ਦਾ ਵੀ ਕੁਝ ਨਹੀਂ। ਤੇ ਤੁਸੀਂ ਰਜਿੰਦਰ ਨੂੰ ਦੱਸ ਦੇਣਾ ਕਿ ਬੜੇ ਵਰ੍ਹੇ ਹੋ ਗਏ ਮੈਂ ਕਿਸੇ ਨੂੰ ਚਾਹਿਆ ਸੀ, ਪਰ ਆਪਣੀ ਚਾਹ ਦਾ ਮੋੜਵਾਂ ਉੱਤਰ ਮੈਂ ਉਹਦੀਆਂ ਅੱਖਾਂ 'ਚੋਂ ਨਾ ਲੱਭ ਸਕੀ। ਫਿਰ ਸੱਖਣਾ ਮਨ ਤਰਾਟਾਂ ਨਾਲ ਭਰ ਗਿਆ। ਜੀਵਨ ਸਾਵਾਂ ਨਾ ਰਿਹਾ ਤੇ ਉਲਾਰ ਵੱਟਿਆਂ ਨਾਲ ਕਿਸੇ ਹੋਰ ਦਾ ਪਿਆਰ ਤੁਲਾ ਕਿਵੇਂ ਲੈਂਦੀ। ਜੇ ਸਭ ਕੁਝ ਜਾਣ ਕੇ ਵੀ ਉਹ ਆਪਣਾ ਫੈਸਲਾ ਬਦਲਣ ਵਾਸਤੇ ਤਿਆਰ ਨਾ ਹੋਵੇ ਤਾਂ ਕੋਈ ਇਤਰਾਜ਼ ਨਹੀਂ, ਮੈਂ ਵਿਆਹ ਕਰ ਲਵਾਂਗੀ। ਦੂਸਰੇ ਮਹੀਨੇ ਅਸੀਂ ਸਭ ਬਾਲਾ ਦੀਦੀ ਨੂੰ ਸਟੇਸ਼ਨ 'ਤੇ ਛੱਡਣ ਗਏ। ਰਜਿੰਦਰ ਵੀ ਨਾਲ ਸੀ। ਦੀਦੀ ਨੇ ਬੜੇ ਸੋਹਣੇ ਹਲਕੇ ਜਿਹੇ ਰੰਗ ਦੇ ਕੱਪੜੇ ਪਾਏ ਹੋਏ ਸਨ। ਸ਼ੁਕਰ ਏ ਰੱਬ ਦਾ ਜੇ ਕਿਤੇ ਇਹ ਦਿਨ ਵੀ ਆਇਆ। ਕੋਠੇ ਜਿੱਡੀ ਧੀ ਨੂੰ ਘਰ 'ਚ ਬੈਠੀ ਵੇਖ ਕੇ ਮੇਰਾ ਤਾਂ ਜੀਅ ਘਿਰਦਾ ਰਹਿੰਦਾ। ਨਾ ਬਾਬਾ, ਧੀਆਂ ਤਾਂ ਆਪਣੇ ਘਰ ਹੀ ਸ਼ੋਭਦੀਆਂ ਨੇ, ਮਾਂ ਜੀ ਨੇ ਸੌਖਾ ਸਾਹ ਲੈਂਦਿਆਂ ਆਖਿਆ। ਰਜਿੰਦਰ ਨੇ ਮੇਰਾ ਹੱਥ ਘੁੱਟਿਆ ਤੇ ਬਾਲਾ ਦੀਦੀ ਵੱਲ ਤੱਕ ਕੇ ਮੁਸਕਰਾ ਪਿਆ। ਡਾਕਟਰ ਦਲੀਪ ਕੌਰ ਟਿਵਾਣਾ ਦੀ ਕਹਾਣੀ ਇੱਕ ਵੇਸੂਆ। ਕਿਉਂ ਅੱਜ ਸਰਕਾਰਾਂ ਕਿਵੇਂ ਪਈਆਂ ਨੇ? ਹਨੇਰਾ ਹੋ ਚੱਲਿਆ ਹੈ, ਪਰਵਾਨੇ ਆਉਣ ਵੀ ਲੱਗ ਗਏ ਨੇ, ਪਰ ਸ਼ਮਾ ਕੋਈ ਤਿਆਰੀ ਨਹੀਂ ਕਰ ਰਹੀ ਹੈ। ਰੋਣਾ? ਮੈਨੂੰ ਲੱਗਦਾ ਅੱਜ ਫਿਰ ਉਹ ਆਇਆ ਹੋਣਾ ਹੈ। ਤੂੰ ਤੇ ਪਾਗਲ ਏ ਸ਼ਮਾ। ਸ਼ਮਾ ਦਾ ਤਾਂ ਕੰਮ ਹੀ ਰੌਸ਼ਨੀ ਵੰਡਣਾ ਹੈ। ਉੱਠ, ਤਿਆਰ ਹੋ, ਬੁਲਾ ਨਾਲੇ ਕਿਸੇ ਨੂੰ, ਕੁਝ ਖਾਣ ਪੀਣ ਨੂੰ ਮੰਗਵਾਈਏ। ਭਲਾ ਹੋਵੇ ਲਾਟਾਂ ਵਾਲੀ ਮਾਈ ਦਾ, ਅੱਜ ਦਾ ਸੱਟਾ ਤਾਂ ਇਕੱਠਾ ਹੀ 400 ਬਚਾ ਗਿਆ। ਵੇਖੀ ਫਿਰ ਅੱਜ ਨਹੀਂ ਮੈਂ ਮਾਰਵਾੜੀ ਨੂੰ ਅੱਗੇ ਵਧਣ ਦੇਣਾ, ਨੋਟਾਂ ਦਾ ਮੀਂਹ ਵਰਸਾ ਦੇਣਾ। ਰੰਜਨ ਨੇ ਪਾਨ ਨਾਲ ਰੰਗੀ ਜੀਭ ਨੂੰ ਬੁੱਲ੍ਹਾਂ 'ਤੇ ਫੇਰਦਿਆਂ ਆਖਿਆ। ਨਹੀਂ ਰੰਜਨ, ਅੱਜ ਮੇਰੀ ਤਬੀਅਤ ਠੀਕ ਨਹੀਂ, ਸ਼ਮਾ ਨੇ ਡੂੰਘੀਆਂ ਉਦਾਸੀਆਂ 'ਚ ਖੋ ਕੇ ਆਖਿਆ। ਜਿਸ ਦਿਨ ਉਹ ਮੇਰੇ ਮੂੰਹੋਂ ਹੋਰ ਗੱਲ ਨਿਕਲਦੀ ਹੈ, ਆਪਣੀ ਮਨੂਸ ਸ਼ਕਲ ਦਿਖਾ ਜਾਂਦਾ ਹੈ, ਉਸੇ ਦਿਨ ਤੇਰੀ ਤਬੀਅਤ ਖਰਾਬ ਹੋ ਜਾਂਦੀ ਹੈ। ਛੱਡ ਕਿਹੜਾ ਉਸ ਰੰਗ ਦਾ, ਐਵੇਂ ਹੌਕੇ ਭਰਨ ਲੱਗ ਜਾਂਦੀ ਹੈ। ਸਹੁਰਾ ਬੇਵਕੂਫ, ਸਾਡਾ ਵੀ ਮਜ਼ਾ ਖਰਾਬ ਕਰ ਜਾਂਦਾ ਹੈ। ਨਹੀਂ ਰੰਜਨ, ਉਹ ਬੜਾ ਚੰਗਾ ਬੰਦਾ ਹੈ, ਤੂੰ ਉਹਨੂੰ ਸਮਝਦਾ ਨਹੀਂ। ਵਾਹ ਰੇ, ਤੂੰ ਸੁਣ ਲਈਆਂ ਉਹਦੀਆਂ ਗੱਲਾਂ? ਚੰਗਾ ਹੁੰਦਾ ਤਾਂ ਫਿਰ ਇੱਥੇ ਆਉਂਦਾ। ਇਹੀ ਤੇ ਕਈ ਵਾਰੀ ਮੈਂ ਵੀ ਸੋਚਦੀ ਹਾਂ, ਪਰ ਇੱਥੇ ਵੀ ਉਹ ਤੁਹਾਡੇ ਸਭਨਾਂ ਵਾਂਗ ਨਹੀਂ ਆਉਂਦਾ। ਬੜਾ ਅਨੋਖਾ ਬੰਦਾ ਹੈ। ਸ਼ਾਇਦ ਪਹਿਲਾਂ ਕਦੇ ਕਿਸੇ ਵੇਸੂਆ ਦੇ ਨਹੀਂ ਗਿਆ, ਤਦ ਹੀ ਕਈ ਵਾਰੀ ਅਜੀਬ ਜਿਹੀ ਗੱਲਾਂ ਪੁੱਛਦਾ। ਇੱਕ ਦਿਨ ਮੈਨੂੰ ਆਖਣ ਲੱਗਾ, ਸ਼ਮਾ, ਜਦੋਂ ਕੋਈ ਸੜਿਆ ਜਿਹਾ ਜਾਂ ਸ਼ਰਾਬੀ ਬੰਦਾ ਆਪਣਾ ਮੂੰਹ ਤੇਰੇ ਕੋਲ ਲੈ ਜਾਂਦਾ ਹੈ, ਤੈਨੂੰ ਕਿਵੇਂ ਮਹਿਸੂਸ ਹੁੰਦਾ ਹੈ? ਫਿਰ ਤੈਂ ਕੀ ਜਵਾਬ ਦਿੱਤਾ? ਰੰਜਨ ਨੇ ਸਾਹਮਣੀ ਕੰਧ 'ਤੇ ਲੱਗੇ ਵੱਡੇ ਸ਼ੀਸ਼ੇ 'ਚ ਆਪਣਾ ਮੂੰਹ ਤੱਕਦਿਆਂ ਪੁੱਛਿਆ। ਮੈਂ ਆਖਿਆ, ਪਹਿਲੇ 4-5 ਮਹੀਨੇ ਤਾਂ ਮੈਂ ਬੜੀ ਔਖੀ ਹੋਈ, ਹੁਣ
ਤੇ ਕੁਝ ਮਹਿਸੂਸ ਹੀ ਨਹੀਂ ਹੁੰਦਾ। ਸ਼ਾਇਦ ਸਾਡੇ ਲੋਕਾਂ 'ਚ ਮਹਿਸੂਸ ਕਰਨ ਦਾ ਮਾਦਾ ਹੀ ਮਰ ਜਾਂਦਾ ਹੈ। ਛੱਡ ਪਰੇ ਸ਼ਮਾ ਇਹਨਾਂ ਫਜ਼ੂਲ ਗੱਲਾਂ ਨੂੰ ਤੇ ਚੱਲ ਅੱਜ ਫੇਰ ਉਹੀ ਗਾਣਾ ਸੁਣਾ ਦੇ, ਮਜ਼ਾ ਲੈ ਲੈ ਜ਼ਿੰਦਗੀ ਮੇ। ਰੰਜਨ ਨੇ ਇੱਕ ਪਾਨ ਹੋਰ ਮੂੰਹ 'ਚ ਪਾਉਂਦਿਆਂ ਆਖਿਆ। ਨਹੀਂ ਰੰਜਨ, ਨਹੀਂ, ਅੱਜ ਗਾਣ ਨੂੰ ਨਹੀਂ, ਸਗੋਂ ਮੇਰਾ ਚੀਕਾਂ ਮਾਰ ਮਾਰ ਕੇ ਰੋਣ ਨੂੰ ਦਿਲ ਕਰਦਾ ਹੈ। ਸ਼ਮਾ ਹੌਕਾ ਭਰ ਕੇ ਬੋਲੀ। ਬੜੀ ਅਜੀਬ ਗੱਲ ਹੈ ਮੇਰੀ ਜਾਨ, ਕੀ ਤੈਨੂੰ ਸਾਡੇ ਗਰੀਬਾਂ ਤੇ ਵੀ ਨਹੀਂ ਤਰਸ ਆਉਂਦਾ? ਚੰਗਾ ਸੋਹਣਿਓ, ਤੁਹਾਡੀ ਮਰਜ਼ੀ, ਫਿਰ ਆਪਣੇ ਹੱਥਾਂ ਨਾਲ ਇੱਕ ਪੈਗ ਤਾਂ ਪਿਆ ਦਿਓ। ਰੰਜਨ ਨੇ ਗਲਾਸ ਅੱਗੇ ਕਰਦਿਆਂ ਆਖਿਆ। ਕੀ ਤੁਸੀਂ ਸਾਰੇ ਆਦਮੀਆਂ ਨੇ ਇੱਕੋ ਜਿਹੇ ਲਫ਼ਜ਼ ਯਾਦ ਕਰ ਰੱਖੇ ਹੁੰਦੇ ਨੇ? ਜਿਹੜਾ ਵੀ ਆਉਂਦਾ ਹੈ, ਮੇਰੀ ਜਾਨ, ਸੋਹਣਿਓ, ਪਿਆਰਿਓ, ਮਲਾਈ ਦੇ ਡੂਨਿਓ, ਪਰ ਹੁੰਦੇ ਸਭ ਹੀ ਆਦਮੀ ਝੂਠੇ ਹੋ। ਆਦਮੀ ਹੁੰਦੇ ਹੋਣਗੇ ਪਰ ਮੈਂ ਤਾਂ ਨਹੀਂ, ਰੰਜਨ ਨੇ ਗੱਲ ਟੋਕ ਕੇ ਆਖਿਆ। ਸ਼ਮਾ ਦਾ ਬੁੱਧੂ ਹਾਸਾ ਨਿਕਲ ਗਿਆ। ਫਿਰ ਦੱਸਣ ਲੱਗੀ। ਉਹ ਮੁੱਛੜ ਜਿਹਾ, ਉਹ ਨਿੱਤ ਡਿੰਗਾ ਮਾਰਿਆ ਕਰੇ, ਆਖਿਆ ਕਰੇ, ਮੇਰੀ ਜਾਨ ਦੇਖ, ਤੇਰੀ ਖਾਤਰ ਪੁਤਲਿਆਂ ਵਰਗੀ ਦੋ ਨੂੰ ਘਰ ਪਿੱਟਦੀਆਂ ਛੱਡ ਕੇ ਆਉਣਾ। ਪਿੱਛੋਂ ਜਾ ਕੇ ਪਤਾ ਲੱਗਿਆ ਕਿ ਉਹਨੇ ਤਾਂ 500 ਤੋਂ ਇੱਕ ਤੀਵੀਂ ਮੁੱਲ ਲਈ ਸੀ, ਜਿਹੜੀ 2 ਮਹੀਨੇ ਪਿੱਛੋਂ ਹੀ ਕਿਸੇ ਹੋਰ ਨਾਲ ਨਿਕਲ ਗਈ ਸੀ। ਇਉਂ ਤਾਂ ਫਿਰ ਆਦਮੀ ਔਰਤ ਨੂੰ ਖੁਸ਼ ਕਰਨ ਲਈ ਆਖਦੇ ਹੀ ਹੁੰਦੇ ਨੇ, ਰੰਜਨ ਨੇ ਜਵਾਬ ਦਿੱਤਾ। ਤਾਂ ਤੇ ਤੁਸੀਂ ਲੋਕ ਬੜੇ ਧੋਖੇਬਾਜ਼ ਹੁੰਦੇ ਹੋ। ਨਹੀਂ ਸ਼ਮਾ, ਨਹੀਂ, ਜਵਾਨੀ ਦੀ ਸਹੁੰ, ਮੈਂ ਤਾਂ ਸੱਚੀ ਤੇਰਾ ਹੀ ਪਰਵਾਨਾ। ਸੱਚ ਸ਼ਮਾ, ਕੀ ਆਦਰਸ਼ ਬਾਊ ਤੈਨੂੰ ਇਹ ਨਹੀਂ ਆਖਦਾ ਹੁੰਦਾ ਜਿਵੇਂ ਹੋਰ ਆਖਦੇ ਨੇ? ਨਹੀਂ, ਉਹ ਤੇ ਸਗੋਂ ਇੱਕ ਦਿਨ ਆਖਦਾ ਸੀ, ਆਪਣੀ ਚੰਗੀ ਔਰਤ ਦੇ ਸਵੱਛ ਮੂੰਹ ਵੱਲ ਤੱਕ ਕੇ ਮੈਨੂੰ ਕਈ ਵਾਰ ਆਪਣੇ ਆਪ ਨਾਲ ਹਲਿਆਣ ਜਿਹੀ ਆਉਂਦੀ ਹੈ ਕਿ ਮੈਂ ਕਿਉਂ ਇਸ ਚਿੱਕੜ ਭਰੀ ਦੁਨੀਆ 'ਚ ਆਉਂਦਾ। ਸ਼ਮਾ ਨੇ ਦੱਸਿਆ। ਤੇ ਜੇ ਉਹਨੂੰ ਇਹ ਰੰਗੀਨ ਦੁਨੀਆ ਤੇ ਹੁਸੀਨ ਦੁਨੀਆ ਚਿੱਕੜ ਭਰੀ ਲੱਗਦੀ ਏ ਤਾਂ ਹਕੀਮ ਨੇ ਦੱਸਿਆ ਵੀ ਜ਼ਰੂਰ ਆਇਆ ਕਰੇ, ਰੰਜਨ ਬੋਲਿਆ। ਪਹਿਲ ਤੇ ਉਹ ਇਸ ਦੁਨੀਆ ਨੂੰ ਨੇੜਿਓਂ ਤੱਕਣ ਤੇ ਜਾਣਨ ਲਈ ਆਉਂਦਾ ਸੀ, ਤਾਂ ਜੋ ਆਪਣੀਆਂ ਲਿਖਤਾਂ ਰਾਹੀਂ। ਅੱਛਾ, ਤਾਂ ਉਹ ਲੇਖਕ ਏ। ਦੇਖੀ ਸ਼ਮਾ, ਉਹਦੀਆਂ ਗੱਲਾਂ 'ਚ ਨਾ ਆ ਜਾਈ। ਪੈਸੇ ਦੇਣ ਦੇ ਮਾਰੇ ਲੋਕ ਬਥੇਰੇ ਢੋਂਗ ਰਚਾ ਲੈਂਦੇ ਹੁੰਦੇ ਨੇ। ਨਹੀਂ ਰੰਜਨ, ਉਹ ਜਦੋਂ ਵੀ ਆਉਂਦਾ ਪੂਰੇ ਪੈਸੇ ਦੇ ਕੇ ਜਾਂਦਾ ਹੈ। ਭਾਵੇਂ ਕਦੇ ਕਦੇ ਮੇਰਾ ਬੜਾ ਦਿਲ ਕਰਦਾ ਹੈ ਕਿ ਪੈਸੇ ਮੋੜ ਦਿਆਂ, ਕਹਿ ਦਿਆਂ ਕਿ ਤੂੰ ਹਰ ਰੋਜ਼ ਆਇਆ ਕਰ ਆਦਰਸ਼ ਬਾਬੂ, ਮੈਂ ਤੇਤੋਂ ਕੁਝ ਵੀ ਨਹੀਂ ਲਿਆ ਕਰਾਂਗੀ। ਵਾਹ ਰੇ ਕਿਸਮਤ, ਕਿੱਥੇ ਅਸੀਂ ਆ ਜਾਨ ਵਾਰਦੇ ਹਾਂ, ਕਿਸੇ ਨੂੰ ਪਰਵਾਹ ਹੀ ਨਹੀਂ, ਤੇ ਕਿੱਥੇ ਉਹ ਹੈ ਜਿਹਦੇ ਪਿੱਛੇ। ਸੋਹਣਿਓ, ਕਦੇ ਸਾਨੂੰ ਵੀ ਇਉਂ ਆਖ ਛੱਡਿਆ ਕਰੋ। ਪਰ ਆਦਰਸ਼ ਬਾਬੂ ਨਹੀਂ ਚਾਹੁੰਦਾ ਕਿ ਸਾਡੀ ਸਾਂਝ ਇੱਕ ਸੌਦੇ ਤੋਂ ਵੱਧ ਕੁਝ ਹੋਵੇ, ਇਸੇ ਕਰਕੇ ਜਾਣ ਲੱਗਿਆਂ ਪੂਰੇ ਪੈਸੇ ਦੇ ਕੇ ਜਾਂਦਾ ਹੈ। ਪਤਾ ਨਹੀਂ ਰੰਜਨ ਕਿਉਂ ਇਹਨਾਂ ਪੈਸਿਆਂ ਤੋਂ ਡਰ ਜਿਹਾ ਲੱਗਣ ਲੱਗ ਪਿਆ, ਜਿਵੇਂ ਇਹਨਾਂ ਵਿੱਚ ਵੀ ਜਾਨ ਹੋਵੇ, ਜਿਵੇਂ ਬਾਈ ਜਾਨ ਦੀ ਪੇਟੀ 'ਚ ਰੱਖੇ ਛੋਟੇ ਵੱਡੇ ਨੋਟਾਂ ਦੇ ਥੱਬੇ ਕੁਰਬਲ ਕੁਰਬਲ ਕਰਦੇ ਮਾਸ ਦੇ ਲੋਥੜੇ ਹੋਣ। ਜਦੋਂ ਬਾਈ ਜਾਨ ਮੈਨੂੰ ਪੇਟੀ 'ਚੋਂ ਪੈਸੇ ਕੱਢਣ ਭੇਜੀਏ, ਇਉਂ ਲੱਗਦਾ ਹੈ ਜਿਵੇਂ ਲੋਥੜੇ ਅੱਖਾਂ ਉੱਤੇ ਉਘੇੜ ਉਘੇੜ ਮੇਰੇ ਵੱਲ ਤੱਕ ਰਹੇ ਹੋਣ, ਮਾਨੋ ਹੀ ਮੇਰੇ ਜਿਸਮ 'ਚ ਪੈਦਾ ਹੋਏ ਸੁੰਡਾਂ ਦਾ ਢੇਰ ਹੋਵੇ ਤੇ ਮੇਰਾ ਜੀਅ ਕੱਚਾ ਕੱਚਾ ਹੋਣ ਲੱਗ। ਕੀ ਫਜ਼ੂਲ ਗੱਲਾਂ ਕਰ ਰਹੀ ਹੈ ਸ਼ਮਾ, ਤੂੰ ਤੇ ਸਗੋਂ ਬੜੀ ਭਾਰੀ ਸੋਸ਼ਲ ਸਰਵਿਸ ਕਰ ਰਹੀ ਹੈ। ਇੰਨਾ ਨਿਰਪੱਖ ਤਾਂ ਨਹਿਰੂ ਵੀ ਨਹੀਂ ਹੋਣਾ ਜਿੰਨੀ ਤੂੰ ਹੈ। ਹਰ ਜਾਤ ਕੌਮ ਲਈ ਤੇਰਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਥੱਕੇ ਟੁੱਟੇ ਲੋਕ 2 ਘੜੀ ਦਿਲ ਪਰਚਾ ਜਾਂਦੇ ਨੇ। ਇਹ ਥੋੜ੍ਹੀ ਲੋਕ ਭਲਾਈ ਹੈ। ਜੇ ਮੈਂ ਹਿੰਦੁਸਤਾਨ ਦਾ ਪ੍ਰਧਾਨ ਹੁੰਦਾ, ਤੈਨੂੰ ਜ਼ਰੂਰ ਇਸ ਸਮਾਜੀ ਸੇਵਾ ਬਦਲੇ ਸੋਨੇ ਦਾ ਤਗਮਾ ਦਿੰਦਾ। ਰੰਜਨ ਲੋਰ 'ਚ ਆਇਆ, ਕਿੰਨਾ ਕੁਝ ਆ ਗਿਆ। ਇਹ ਸਮਾਜ ਦੀ ਸੇਵਾ ਨਹੀਂ ਰੰਜਨ, ਮੈਂ ਤਾਂ ਸਗੋਂ ਸਮਾਜ ਦਾ ਕੋਝ ਹਾਂ, ਗੰਦਗੀ ਹਾਂ। ਇਹ ਕਹਿੰਦੀਆਂ ਹੀ ਸ਼ਮਾ ਦੀਆਂ ਅੱਖਾਂ ਭਰ ਆਈਆਂ। ਇਉਂ ਨਾ ਆਖੋ ਸੋਹਣਿਓ, ਸਾਡੇ ਯਤੀਮਾਂ ਦਾ ਤਾਂ ਤੁਸੀਂ ਆਸਰਾ ਹੋ। ਮੇਰਾ ਖਿਆਲ ਹੈ ਇਹੋ ਜਿਹੀਆਂ ਫਜ਼ੂਲ ਗੱਲਾਂ ਤੁਹਾਨੂੰ ਆਦਰਸ਼ ਬਾਬੂ ਹੀ ਦੱਸਦਾ ਹੋਣਾ ਹੈ। ਇਹ ਲੇਖਕ ਲੂਖਕ ਜੇ ਖਾਸ ਸਿਰ ਫਿਰੇ ਹੁੰਦੇ ਨੇ। ਜੇ ਇਹੀ ਹਾਲ ਰਿਹਾ ਤਾਂ ਸ਼ਮਾ ਦੇ ਦਰਵਾਜ਼ੇ ਇੱਕ ਦਿਨ ਪਰਵਾਨਿਆਂ ਲਈ ਬੰਦ ਹੋ ਜਾਣਗੇ। ਰੰਜਨ ਇੱਕ ਦਿਨ ਆਦਰਸ਼ ਬਾਬੂ ਆਂਦਾ ਸੀ, ਸ਼ਮਾ ਤੂੰ ਮੈਨੂੰ ਬੜੀ ਚੰਗੀ ਲੱਗਦੀ ਹੈ। ਤੇ ਮੇਰਾ ਦਿਲ ਕੀਤਾ ਕੁਝ ਦਿਨ ਜਦੋਂ ਵੀ ਆਦਰਸ਼ ਬਾਬੂ ਆਏ ਮੈਂ ਕਹਿਲਾ ਭੇਜਾਂ ਕਿ ਵਿਹਲੀ ਨਹੀਂ, ਤੇ ਉਹਦੇ ਮਨ 'ਚ ਕਦੇ ਇਹਨਾਂ ਗਾਹਕਾਂ ਲਈ ਸਾੜਾ ਪੈਦਾ ਹੋ ਸਕੇ। ਕਦੇ ਉਹ ਔਖਾ ਹੋ ਕੇ ਆਖੇ, ਸ਼ਮਾ ਕੱਲ੍ਹ ਦਾ ਸਾਰਾ ਦਿਨ ਮੇਰਾ ਹੋਇਆ। ਕਦੇ ਮੇਰੀ ਜਾਨ, ਸਾਨੂੰ ਵੀ ਇਉਂ ਆਖ ਦਿਆ ਕਰੋ। ਪਰ ਅੱਛਾ ਬਈ, ਜਿਵੇਂ ਤੁਸੀਂ ਰਾਜੀ, ਸੱਚੇ ਆਸ਼ਿਕ ਜੋ ਏ, ਰੰਜਨ ਬੋਲਿਆ। ਬਾਈ ਜੀ, ਕੋਈ ਬਾਬੂ ਮੋਟਾ ਸਾ ਨੌਕਰ ਨੇ ਆ ਕੇ ਆਖਿਆ। ਕਹਿ ਦੇ ਅੱਜ ਮੇਰੀ ਤਬੀਅਤ ਠੀਕ ਨਹੀਂ, ਸ਼ਮਾ ਖਿੱਚ ਕੇ ਬੋਲੀ। ਜੀਤੀ ਰਹੋ ਮੇਰੀ ਜਾਨ, ਰੰਜਨ ਨੇ ਸਲਾਮ ਕਰਕੇ ਆਖਿਆ। ਸ਼ਮਾ ਰਾਣੀ ਜੀ, ਤੈਨੂੰ ਤਾਂ ਆਦਰਸ਼ ਬਾਬੂ ਇੰਨਾ ਚੰਗਾ ਲੱਗਦਾ ਹੈ, ਪਰ ਮੇਰਾ ਖਿਆਲ ਏ ਉਹਨੂੰ ਤਾਂ ਤੇਰੀ ਕੱਖ ਪਰਵਾਹ ਨਹੀਂ, ਤਦੇ ਤਾਂ ਇੰਨੇ ਦਿਨ ਮੁੜ ਕੇ ਨਹੀਂ ਆਉਂਦਾ। ਤੂੰ ਠੀਕ ਆਂਦਾ ਹੈ ਰੰਜਨ, ਉਹਨੂੰ ਮੇਰੀ ਕੱਖ ਪਰਵਾਹ ਨਹੀਂ, ਤਦ ਹੀ ਤਾਂ ਮੇਰੇ ਨਾਲ ਗੱਲਾਂ ਕਰਦਾ ਕਰਦਾ ਕਈ ਵਾਰੀ ਇੱਕਦਮ ਖੜਾ ਹੋ ਜਾਂਦਾ ਹੈ।
ਕਿ ਮੇਰੀ ਬੀਵੀ ਬੱਚੇ ਉਡੀਕਦੇ ਹੋਣਗੇ। ਮੇਰਾ ਜਵਾਬ ਸੁਣਨ ਤੋਂ ਪਹਿਲਾਂ ਹੀ ਉਹ ਦਲੀਚਾਂ ਟੱਪ ਜਾਂਦਾ ਹੈ। ਕਦੇ ਕਦੇ ਮੈਨੂੰ ਬੜਾ ਹਰਖ ਆਉਂਦਾ ਅਤੇ ਦਿਲ ਕਰਦਾ ਉਹਦੀ ਬੀਵੀ ਤੇ ਬੱਚੇ ਮਰ ਜਾਣ, ਫਿਰ ਤਾਂ ਮੇਰੇ ਕੋਲੋਂ ਜਾਣ ਲਈ ਕਾਹਲਾ ਨਾ ਹੋਵੇ। ਪਤਾ ਨਹੀਂ ਉਹਨਾਂ ਅਣਦੇਖੇ ਮੂੰਹਾਂ ਨਾਲ ਮੈਨੂੰ ਇੰਨੀ ਈਰਖਾ ਕਿਉਂ ਹੋ ਗਈ ਏ। ਪਰ ਇੱਕ ਦਿਨ ਤਾਂ ਆਖਦਾ ਸੀ, ਸ਼ਮਾ ਤੂੰ ਮੈਨੂੰ ਉਹਨਾਂ ਸਭਨਾਂ ਤੋਂ ਜ਼ਿਆਦਾ ਚੰਗੀ ਲੱਗਦੀ ਹੈ। ਜਦੋਂ ਉਹ ਆਪਣੇ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬੜੇ ਚਾਅ ਨਾਲ ਦੱਸਦਾ ਹੈ ਤਾਂ ਮੇਰਾ ਦਿਲ ਕਰਦਾ ਹੈ ਮੇਰੇ ਵੀ ਕੋਈ ਬੱਚਾ ਹੋਵੇ ਅਤੇ ਉਸ ਬੱਚੇ ਦਾ ਵੀ ਕੋਈ ਚਾਅ ਨਾਲ ਗੱਲਾਂ ਕਰਨ ਵਾਲਾ ਬਾਪ ਹੋਵੇ। ਪਰ ਬੱਚੇ ਤਾਂ ਔਰਤਾਂ ਦੇ ਹੁੰਦੇ ਨੇ, ਮੈਂ ਕੋਈ ਔਰਤ ਥੋੜ੍ਹਾ। ਭਾਵੁਕ ਹੋਈ ਸ਼ਮਾ ਕਿੰਨਾ ਕੁਝ ਆਖ ਰਹੀ। ਮੈਨੂੰ ਤਾਂ ਤੇਰੀਆਂ ਗੱਲਾਂ ਦੀ ਕੱਖ ਸਮਝ ਨਹੀਂ ਆ ਰਹੀ। ਸ਼ਮਾ ਔਰਤ ਨਹੀਂ ਤਾਂ ਕੀ ਤੂੰ ਆਦਮੀ ਹੈ? ਰੰਜਨ ਬੋਲਿਆ। ਨਹੀਂ ਰੰਜਨ ਨਹੀਂ, ਮੈਂ ਔਰਤ ਨਹੀਂ। ਆਦਰਸ਼ ਬਾਬੂ ਆਂਦਾ ਸੀ, ਔਰਤ ਉਹ ਹੁੰਦੀ ਏ ਜੋ ਕਿਸੇ ਦੀ ਮਾਂ ਹੋਵੇ, ਭੈਣ ਹੋਵੇ, ਪਤਨੀ ਹੋਵੇ। ਰੰਜਨ ਤੂੰ ਮੇਰੀਆਂ ਪਾਗਲਪਨ ਦੀਆਂ ਗੱਲਾਂ ਤੋਂ ਉਕਤਾ ਗਿਆ ਹੋਏਗਾ, ਪਰ ਅੱਜ ਮੇਰਾ ਦਿਲ ਕਰਦਾ ਸੀ ਕਰੀ ਜਾਵਾਂ ਜੋ ਦਿਲ ਆਉਂਦਾ ਕਹੀ ਜਾਵਾਂ। ਪਤਾ ਨਹੀਂ ਅੱਜ ਮੇਰੇ ਦਿਮਾਗ ਨੂੰ ਕੀ ਹੋ ਗਿਆ, ਜਿਵੇਂ ਕੋਈ ਹਥੌੜਾ ਮਾਰ ਰਿਹਾ ਹੋਵੇ। ਹਥੌੜੇ ਦਾ ਨਾਮ ਨਾ ਲਓ ਸੋਹਣਿਓ, ਕਿਤੇ ਕੱਲ੍ਹ ਨੂੰ ਵਾਰੰਟੀ ਨਿਕਲੇ ਫਿਰਨ ਨਾਲੇ। ਹਾਂ, ਪਰ ਤੇਰੇ ਵਰਗੀਆਂ ਸੂਰਤਾਂ ਗਵਾ ਕੇ ਰੂਸੀਆਂ ਵਾਂਗ ਦਾਤੀਆਂ ਹਥੌੜਿਆਂ ਨੂੰ ਕੀ ਅਸੀਂ ਚੱਟਦੇ ਫਿਰਾਂਗੇ? ਸਾਨੂੰ ਤਾਂ ਮੇਰੀ ਜਾਨ ਤੂੰ ਹੀ ਚਾਹੀਦੀ ਹੈ। ਨਸ਼ੇ ਦੇ ਲੋਰ 'ਚ ਰੰਜਨ ਗੱਲ ਹੋਰ ਦੀ ਹੋਰ ਪਾਸੇ ਲੈ ਗਿਆ। ਰੰਜਨ, ਉਸ ਦਿਨ ਆਦਰਸ਼ ਬਾਬੂ ਆਂਦਾ ਸੀ, ਔਰਤ ਵਿੱਚ ਸ਼ਰਮ ਹੀ ਸਭ ਤੋਂ ਪਿਆਰੀ ਚੀਜ਼ ਹੁੰਦੀ ਏ, ਪਰ ਸਾਡੇ ਲੋਕਾਂ ਦੀ ਸ਼ਰਮ ਤਾਂ ਗਾਹਕ ਚੱਟ ਜਾਂਦੇ ਨੇ। ਤੈਨੂੰ ਅੱਜ ਹੋ ਕੀ ਗਿਆ ਸ਼ਮਾ? ਇਹ ਨਾਜ਼ ਨਖਰੇ ਕੀ ਘੱਟ ਕੀਮਤੀ ਨੇ? ਦੇਖ ਪਰਵਾਨੇ ਕਿਵੇਂ ਭੱਜੇ ਆਉਂਦੇ ਨੇ। ਹਾਂ ਰੰਜਨ, ਪਰਵਾਨੇ। ਸ਼ਮਾ ਦੇ ਪੁੱਤਰ ਦੇ ਹਾਣ ਦੇ ਪਰਵਾਨੇ, ਸ਼ਮਾ ਦੇ ਬਾਪ ਦੇ ਹਾਣ ਦੇ ਪਰਵਾਨੇ। ਸ਼ਮਾ ਨੇ ਵਿਅੰਗ ਨਾਲ ਆਖਿਆ। ਅੱਜ ਤੇ ਤੇਰੀਆਂ ਗੱਲਾਂ ਨਾਲ ਸਗੋਂ ਨਸ਼ਾ ਉਤਰਦਾ ਜਾ ਰਿਹਾ। ਚੰਗਾ ਸੋਹਣਿਓ, ਸਾਡਾ ਕਿਹੜਾ ਜ਼ੋਰ ਏ, ਆਖਦਾ ਰੰਜਨ ਅਧੀਏ 'ਚੋਂ ਆਖਰੀ ਪੈਗ ਪੀ ਕੇ ਚਲਾ ਗਿਆ। ਸ਼ਮਾ ਕੱਪੜੇ ਬਦਲ ਕੇ ਕੋਠੇ 'ਤੇ ਪੈ ਗਈ। ਬਾਈ ਜੀ ਨੇ ਇੱਕ ਦੋ ਵਾਰੀ ਟੇਢੀਆਂ ਨਜ਼ਰਾਂ ਨਾਲ ਤੱਕਿਆ, ਪਰ ਬੁੱਢੀ ਬਾਈ ਜੀ ਸ਼ਮਾ ਦੀ ਕਮਾਈ 'ਤੇ ਪਲਣ ਵਾਲੀ ਹੁਣ ਉਹ 'ਤੇ ਪਹਿਲਾਂ ਵਾਲਾ ਰੋਹਬ ਨਹੀਂ ਸੀ ਪਾ ਸਕਦੀ। ਚੌਖੀ ਰਾਤ ਲੰਘ ਗਈ। ਸ਼ਮਾ ਨੂੰ ਅੱਜ ਨੀਂਦ ਨਹੀਂ ਸੀ ਆ ਰਹੀ। ਤੜਕੇ ਜੇ ਜਾ ਕੇ ਉਹਦੀ ਅੱਖ ਲੱਗੀ ਤੇ ਜਦੋਂ ਜਾਗੀ ਤਾਂ ਚੌਖੀਆਂ ਧੁੱਪਾਂ ਚੜ੍ਹ ਆਈਆਂ ਸਨ। ਉਹਦਾ ਸਿਰ ਭਾਰਾ ਭਾਰਾ ਪਿਆ ਸੀ ਤੇ ਅੰਗ ਵਿੱਚ ਮਾਨੋ ਚੀਸਾਂ ਪੈ ਰਹੀਆਂ ਸੀ। ਦਾਤਣ ਲੈ ਕੇ ਉਹ ਧੁਰ ਉੱਪਰਲੀ ਛੱਤ 'ਤੇ ਚਲੀ ਗਈ। ਡਰ ਕੇ ਉੱਡੀ ਜਾ ਰਹੀ ਇੱਕ ਕਾਵਾਂ ਦੀ ਡਾਰ ਉਹਦੇ ਸਿਰ ਉੱਪਰੋਂ ਲੰਘ ਗਈ। ਹੇਠਾਂ ਗਲੀ 'ਚ ਭੁੱਖਾ ਅੰਨਾ ਫਕੀਰ ਝੋਲੀ ਅੱਡੀ ਮੰਗ ਰਿਹਾ ਸੀ ਤੇ ਸ਼ੈਤਾਨ ਮੁੰਡੇ ਉਹਦੀ ਝੋਲੀ 'ਚ ਠੀਕਰੀਆਂ ਪਾ ਕੇ ਹੱਸ ਰਹੇ ਸਨ। ਮੈਂ ਕੀ ਹਾਂ? ਘੁੱਗ ਵਸਦੇ ਸ਼ਹਿਰ ਤੋਂ ਨਜ਼ਰਾਂ ਹਟਾਉਂਦੇ ਹੋਏ ਸ਼ਮਾ ਨੇ ਆਪਣੇ ਆਪ ਨੂੰ ਆਖਿਆ। ਜਵਾਬ ਮਿਲਣ ਤੋਂ ਪਹਿਲਾਂ ਹੀ ਪੌੜੀਆਂ ਚੜ੍ਹਦੇ ਕਿਸੇ ਦੇ ਬੂਟਾਂ ਦੇ ਖੜਾਕ ਨੇ ਉਹਦਾ ਧਿਆਨ ਖਿੱਚ ਲਿਆ। ਦੂਜੇ ਪਲ ਆਦਰਸ਼ ਬਾਬੂ ਉਹਦੇ ਸਾਹਮਣੇ ਸੀ। ਆਪ ਇਸ ਵੇਲੇ ਸਵੇਰੇ ਸਵੇਰੇ? ਸ਼ਮਾ ਨੇ ਪ੍ਰਸੰਨ ਅੱਖਾਂ ਨਾਲ ਉਹਦੇ ਵੱਲ ਤੱਕਦਿਆਂ ਤੇ ਆਪਣੇ ਬਿਖਰੇ ਵਾਲ ਠੀਕ ਕਰਦਿਆਂ ਕੋਲ ਪਈ ਕੁਰਸੀ ਵੱਲ ਇਸ਼ਾਰਾ ਕਰਕੇ ਕਿਹਾ, ਬਸ ਸ਼ਮਾ, ਮੈਂ ਤੇ ਖੜਾ ਹੀ ਖੜਾ ਆਇਆ। ਮੇਰੀ ਬਦਲੀ ਅਚਾਨਕ ਬੀਕਾਨੇਰ ਦੀ ਹੋ ਗਈ ਹੈ। ਫਿਰ ਤਾਂ ਕਿਤੇ 1-2 ਸਾਲ ਪਿੱਛੋਂ ਹੀ ਗੇੜਾ ਲੱਗੂਗਾ। ਸੋਚਿਆ ਜਾਂਦੇ ਜਾਂਦੇ ਮਿਲ ਹੀ ਜਾਈਏ। 4-5 ਤਾਂ ਦੋਸਤਾਂ ਮਿੱਤਰਾਂ ਦੇ ਚਾਹਾਂ ਪਾਰਟੀਆਂ ਤੇ ਖਾਣੇ ਖਾਂਦਿਆਂ ਮਿਲਦਿਆਂ ਮਿਲਾਉਂਦਿਆਂ ਹੀ ਲੰਘ ਗਏ। ਅੱਜ ਸ਼ਾਮ ਦੀ ਗੱਡੀ ਜਾਣਾ ਹੈ। ਸ਼ਮਾ, ਸੱਚ ਤੂੰ ਮੈਨੂੰ ਬੜੀ ਯਾਦ ਆਇਆ ਕਰੇਂਗੀ। ਹੁਣ ਤੇ ਤੇਰੇ ਨਾਲ ਬੜਾ ਮੋਹ ਜਿਹਾ ਹੋ ਗਿਆ ਸੀ। ਓਹੋ, 9 ਵੱਜ ਗਏ। ਮਾਫ਼ ਕਰੀ ਸ਼ਮਾ, 9 ਵਜੇ ਤਾਂ ਮੈਂ ਕਿਸੇ ਨੂੰ ਜ਼ਰੂਰੀ ਮਿਲਣ ਜਾਣਾ। ਅੱਛਾ, ਖੁਦਾ ਹਾਫਿਜ਼। ਬਿਨਾਂ 1 ਮਿੰਟ ਵੀ ਠਹਿਰਿਆਂ ਬੌਂਦਲਿਆਂ ਵਾਂਗ ਖੜੀ ਤੱਕ ਰਹੀ ਸ਼ਮਾ ਨੂੰ ਛੱਡ ਆਦਰਸ਼ ਬਾਬੂ ਕਾਹਲੀ ਕਾਹਲੀ ਪੌੜੀਆਂ ਉਤਰ ਗਏ। ਸ਼ਮਾ ਸਾਹ ਸੱਤਹੀਣ ਉੱਥੇ ਹੀ ਖੜੀ ਸੀ। ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਬਦਲੀ ਹੋਈ ਤੇ ਲੋਕੀ ਨਾਲ ਲੈ ਜਾਂਦੇ ਨੇ। ਆਪਣੇ ਅੰਗਾਂ ਸਾਕਾਂ ਨੂੰ ਉਹ ਵਿਆਹ ਸ਼ਾਦੀਆਂ 'ਤੇ ਫਿਰ ਮਿਲ ਲੈਂਦੇ ਨੇ। ਦੋਸਤਾਂ ਮਿੱਤਰਾਂ ਨੂੰ ਆਪਣਾ ਸ਼ਹਿਰ ਦਿਖਾਉਣ ਲਈ ਕੋਲ ਸੱਦ ਲੈਂਦੇ ਨੇ। ਕਦੇ ਆਪ ਉਹਨਾਂ ਦੇ ਜਾ ਆਉਂਦੇ ਨੇ। ਪਰ ਮੈਂ ਤੇ ਆਦਰਸ਼ ਬਾਬੂ ਦੀ ਕੁਝ ਵੀ ਨਹੀਂ। ਮੈਂ ਤੇ ਸਿਰਫ ਇੱਕ ਵੇਸਵਾ। ਇਹ ਤੋਂ ਇਲਾਵਾ ਰੂਸ ਵਿੱਚ ਕੋਈ ਵੇਸਵਾ ਨਹੀਂ। ਸਾਹਮਣੇ ਕੋਠੇ ਤੋਂ ਵਰਾਂਡੇ 'ਚ ਹਵਾ ਹਾਰੇ ਬੈਠਾ ਮਾਸਟਰ ਰੂਸੀ ਨਿਜ਼ਾਮਨਾਮੀ ਪੁਸਤਕ ਵਿੱਚ ਉੱਚੀ ਉੱਚੀ ਪੜ੍ਹ ਰਿਹਾ ਸੀ। ਸ਼ਮਾ ਸੋਚੀ ਪੈ ਗਈ। ਧੰਨਵਾਦ।